ਸਨਮਾਨਯੋਗ ਭਾਈ ਸਾਹਿਬ ਉਹਨਾਂ ਨੇ ਅੰਮ੍ਰਿਤ ਬਚਨ ਜਿੱਥੋਂ ਕੀਰਤਨ ਦੀ ਆਰੰਭਤਾ ਕੀਤੀ, ਉਹ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਉਹਨਾਂ ਦਾ ਸੰਸਕ੍ਰਿਤ ਵਿੱਚ ਉਚਾਰਨ ਕੀਤਾ ਹੋਇਆ ਇਹ ਬਚਨ ਹੈ। ਖਗ ਖੰਡ ਬਿਹੰਡੰ ਖਲਦਲ ਖੰਡੰ ਅਤਰਨ ਮੰਡੰ ਬਰ ਬੰਡੰ, ਇਹ ਆਪਾਂ ਨੇ ਸਰਵਣ ਕੀਤਾ। ਉਸ ਤੋਂ ਬਾਅਦ ਭਾਈ ਸਾਹਿਬ ਜੀ ਨੇ ਦੂਸਰਾ ਬਚਨ ਸੁਣਾਇਆ, ਹੇ ਪ੍ਰਾਨ ਨਾਥ ਗੋਬਿੰਦੇ ਕਿਰਪਾ ਨਿਧਾਨ ਜਗਤ ਗੁਰੂ, ਜਿਸ ਅੰਮ੍ਰਿਤ ਬਚਨ ਦੀ ਸੰਪੂਰਨਤਾ ਸੀ ਸਰੀਰ ਸਵਸਤ ਖੀਣ ਸਮੇਂ ਸਿਮਰੰਤ ਨਾਨਕ ਰਾਮ ਦਮੋਦਰ ਮਾਧਵ ਹੈ। ਤੀਸਰਾ ਬਚਨ, ਇਹ ਜਿਹੜਾ ਸ਼ਲੋਕ ਸੀ ਇਹ ਸੰਸਕ੍ਰਿਤੀ ਵਿੱਚੋਂ ਸੀ, ਉਹ ਸੰਸਕ੍ਰਿਤ ਸੀ, ਇਹ ਸੰਸਕ੍ਰਿਤੀ ਸੀ। ਫਿਰ ਸ਼ਬਦਾਂ ਵੱਲ ਧਿਆਨ ਦਿਆ ਜੀ। ਸੰਸਕ੍ਰਿਤੀ ਵਿੱਚ ਤੇ ਸੰਸਕ੍ਰਿਤ ਵਿੱਚ ਫਰਕ ਹੈ। ਜਿਹੜੇ ਭਾਸ਼ਾ ਸਮਝਣ ਵਾਲੇ ਸੱਜਣ ਨੂੰ ਪਤਾ ਹੈ ਕਿ ਇੱਕ ਵੈਦਿਕ ਸੰਸਕ੍ਰਿਤ, ਇੱਕ ਲੌਕਿਕ ਸੰਸਕ੍ਰਿਤ, ਉਸ ਤੋਂ ਬਾਅਦ ਫਿਰ ਸਾਡੇ ਕੋਲ ਪਾਲੀ ਆਉਂਦੀ ਹੈ, ਪ੍ਰਾਕ੍ਰਿਤ ਆਉਂਦੀ ਹੈ, ਅਭ੍ਰੰਸ਼ ਆਉਂਦੀ ਹੈ, ਫਿਰ ਦੇਵਨਾਗਰੀ, ਪੰਜਾਬੀ ਆਦਿਕ ਜਿਹੜੀਆਂ ਸੀ ਵਰਤਨੇ ਅੱਜ ਸ਼ਬਦਾਵਲੀਆਂ। ਸੰਸਕ੍ਰਿਤੀ ਤੇ ਸੰਸਕ੍ਰਿਤ, ਪਹਿਲਾ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਬਚਨ ਨੂੰ ਨਿਰੋਲ ਸੰਸਕ੍ਰਿਤ ਹੈ। ਮਹਾਰਾਜ ਜੀ ਦੀ ਭਾਸ਼ਾ ਨੂੰ ਸੱਚੀ ਲੋ ਕਲਮ ਧਾਰੀ ਸਤਿਗੁਰੂ ਨੂੰ, ਖੜਕ ਧਾਰੀ ਸਤਿਗੁਰੂ ਨੂੰ ਨਮਸਕਾਰ। ਉਹਨਾਂ ਨੇ ਨਿਰੋਲ ਸੰਸਕ੍ਰਿਤ ਸੀ। ਖਾ ਖੰਡ ਬਿਹੰਡੰ ਖਾਦਲ ਖੰਡੰ ਆਤਰਨ ਮੰਡੰ, ਇਹ ਜਿਹੜੀ ਤੇਗ ਦੀ ਉਪਮਾ ਹੈ। ਉਸ ਤੋਂ ਬਾਅਦ ਭਾਈ ਸਾਹਿਬ ਨੇ ਸੰਸਕ੍ਰਿਤੀ ਦਾ ਸੋਲੋਕ ਸੁਣਾਇਆ। ਉਸ ਤੋਂ ਅੱਗੇ ਫਿਰ ਸਾਨੂੰ ਬਚਨ ਸੁਣਾਇਆ ਕਿ ਗੁਰਮੁਖ ਲਾਹਾ ਲੈ ਗਏ ਮਨਮੁਖ ਚੱਲੇ ਮੂਲ ਗਵਾਏ ਜੀਓ। ਉਹਨਾਂ ਨੇ ਸਮਾਪਤੀ ਤੇ ਪੰਚਮ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ, ਉਹਨਾਂ ਦਾ ਰਾਗ ਤਨਾਸਰੀ ਵੀ ਜਿਹੜਾ ਬਚਨ ਹੈ, ਜਾ ਕੋ ਹਰ ਰੰਗ ਲਾਗੋ ਇਸ ਯੁਗ ਮੈਂ ਸੋ ਕਹੀਤ ਹੈ ਸੂਰਾ। ਇਸ ਦਾ ਅੰਮ੍ਰਿਤ ਕੀਰਤਨ ਸਾਨੂੰ ਸਰਵਣ ਕਰਾਇਆ ਹੈ। ਦੇਖੋ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਔਰ ਦਸ਼ਮੇਸ਼ ਜੀ ਦੇ ਅੰਮ੍ਰਿਤ ਬੋਲ, ਇਹ ਰੂਹਾਨੀਅਤ ਦਾ ਭੰਡਾਰਾ ਨੇ। ਜੋ ਕੁਝ ਅਸੀਂ ਬਾਹਰ ਮੁਖੀ ਦੇਖ ਰਹੇ ਹਾਂ, ਈਵਨ ਕਿ ਸਾਡੇ ਜਿਹੜੇ ਤਨ ਨੇ, ਸਰੀਰ ਨੇ, ਇਹਦੀ ਬਾਹਰ ਦੀ ਹਰਕਤ ਤਾਂ ਹੈ ਕੋਈ ਅਦ੍ਰਿਸ਼ਟ ਸ਼ਕਤੀ ਇਹਦੇ ਵਿੱਚ ਕੰਮ ਕਰ ਰਹੀ ਹੈ। ਉਹ ਅੰਦਰ ਅਦ੍ਰਿਸ਼ਟ ਹੈ ਤੇ ਬਾਹਰ ਦੀ ਹਰਕਤ ਹੈ। ਜਿਸ ਦਿਨ ਉਸ ਅੰਦਰ ਵਾਲੀ ਅਦ੍ਰਿਸ਼ਟ ਨੇ ਨਿਕਲ ਜਾਣਾ ਤੇ ਇਹ ਦ੍ਰਿਸ਼ਟਮਾਨ ਦੀ ਕੋਈ ਕੀਮਤ ਨਹੀਂ ਰਹਿਣੀ। ਫਿਰ ਬੇਨਤੀ, ਅਸੀਂ ਰੁੱਖਾਂ ਦੇ ਫਲ ਤੋੜ ਕੇ ਖਾਂਦੇ ਹਾਂ, ਉਹ ਦ੍ਰਿਸ਼ਟਮਾਨ ਨੇ। ਜੜ ਉਹਦੀ ਮਿੱਟੀ ਵਿੱਚ ਹੈ, ਪਰ ਉਸ ਜੜ ਤੋਂ ਲੈ ਕੇ ਪੂਰੇ ਰੁੱਖ ਵਿੱਚ ਕਿਹੜੀ ਅਦ੍ਰਿਸ਼ਟ ਸ਼ਕਤੀ ਹੈ ਜਿਹੜੀ ਰਸ ਨਾਲ, ਹਰਿਆਵਲ ਨਾਲ, ਸੁਗੰਧੀ ਨਾਲ ਭਰਪੂਰ ਰੱਖਦੀ ਹੈ। ਤੇ ਜਿੱਦਨੋਂ ਉਹ ਜੜਾਂ ਵਿੱਚੋਂ ਉਹ ਅਦ੍ਰਿਸ਼ਟ ਨਿਕਲ ਜਾਏ ਤੇ ਜੜ ਭਾਵੇਂ ਮਿੱਟੀ ਵਿੱਚ ਗੱਡੀ ਵੀ ਰਹੇ ਤੇ ਉਸ ਰੁੱਖ ਦੀ ਕੋਈ ਕੀਮਤ ਨਹੀਂ ਰਹਿੰਦੀ। ਅਸੀਂ ਫਿਰ ਮੈਂ ਦੁਹਰਾਵਾਂਗਾ, ਬਾਣੀ ਚ ਇੱਕ ਬਚਨ ਹੁੰਦਾ, ਤਿਚਰ ਵਸੈ ਸੁਹੇਲੜੀ ਜਿਚਰ ਸਾਥੀ ਨਾਲ। ਭਾਵੇਂ ਉਹ ਸ਼ਬਦ ਅਸੀਂ ਮੌਤ ਦੇ ਸੰਬੰਧ ਪੜ੍ਹਨੇ ਹੈ ਤਾਂ ਕਾਇਆ ਨੂੰ ਸੰਬੋਧਨ ਕੀਤਾ। ਤਿਚਰ ਵਸੈ ਸੁਹੇਲੜੀ ਜਿਚਰ ਸਾਥੀ ਨਾਲ, ਜਾਂ ਸਾਥੀ ਉਠੀ ਚੱਲਿਆ ਤਾਂ ਧਨ ਖਾਕੂ ਰਾਗ। ਮਨ ਬੈਰਾਗ ਭਇਆ ਦਰਸ਼ਨ ਦੇਖਣੇ ਕਾ ਚਾਹੋ, ਜਿਚਰ ਵਸਿਆ ਕੰਤ ਕਰ ਜਿਉ ਜਿਉ ਸਭ ਕਾ ਹਾਥ। ਜਾਂ ਉੱਠੀ ਚਲਸੀ ਕੰਤੜਾ ਤਾਂ ਕੋਈ ਨਾ ਪੁੱਛੇ ਤੇਰੀ ਬਾਤ। ਥੋੜਾ ਜਿਹਾ ਫਿਰ ਇਸ ਬੇਨਤੀ ਨੂੰ, ਕਿਉਂ ਇਸ ਬਾਰੇ ਸਾਡਾ ਮਨ ਸੀ ਇਤਿਹਾਸਕ ਪ੍ਰਸੰਗ ਦੇ ਨਾਲ ਹਰ ਵਰੇ ਗੁਰੂ ਸਾਹਿਬ ਜੀ ਦੇ ਇੱਕ ਸ਼ਬਦ ਨੂੰ ਆਧਾਰ ਬਣਾ ਕੇ ਸੰਗਤ ਦੀ ਸ਼ਬਦ ਵਿਚਾਰ ਰਾਹੀਂ ਵੀ ਸੇਵਾ ਕੀਤੀ ਜਾਏ। ਮੈਂ ਆਪ ਨੂੰ ਬੇਨਤੀ ਕਰਾਂ, ਉਹਨੇ ਸ਼ਬਦ ਪੜਿਆ ਤਿਚਰ ਵਸੈ ਸੁਖੇਲੜੀ, ਇਹਦਾ ਅਰਥ ਹੈ ਹੇ ਕਾਇਆ। ਬੇਬੇਰ ਬੇਨਤੀ ਸੁਣੋ, ਕਾਇਆ ਇਸਤਰੀ ਲਿੰਗ ਵਿੱਚ ਆਏਗੀ ਤੇ ਸ਼ਰੀਰ ਸ਼ਬਦ ਜਿਹੜਾ ਉਹ ਪੁਲਿੰਗ ਵਿੱਚ ਆਏਗਾ। ਤੂੰ ਕਾਇਆ ਮੈਂ ਰੁਲਦੀ ਦੇਖੀ, ਸਟਰਕਚਰ ਤਾਂ ਉਹੀ ਹੈ ਨਾ।
ये स्त्रीलिंग है। ए शरीरा मेरिया इस जग में आए क्या क्या तुद कर्म कमाया, वही ढांचा जिहड़ा गुरु ने पुलंगरी विच भी वरत लिया। तिचर वसै सुहेलड़ी जिचर साथी नाल, ए दर ते हे काया तू ओनी देर तक सुखी है सुहेली है जिन्नी देर तक अदृष्ट साथी तेरे नाल रहिंदा है। उस साथी नूं गुरु जी ने जियो किया है। उन्हों आत्मा कहो, जिंद कहो, सोल कहो, लफ्ज रूह जेड़े मर्जी वरतीए, पर अदृष्ट है जेड़ा दृष्टमान नूं चला रहा। तिचर वसै सुहेलड़ी जिचर साथी नाल, जां साथी उठी चलिया तां धन खाकू राल। जिदन वो साथी ਇਹਦੇ ਵਿੱਚੋਂ निकल गया ते धन का अर्थ वैसे लफ्जी अर्थ है औरत उथे ते भाव अर्थ लांगे शरीर काया। उस दिन इस काया ने मिट्टी विच रुल जाना है। फिर बेनती ਇਹਦੇ ਵਿੱਚ एक तुक मैं आप जी नूं सुनाई, जिचर वसिया कंत कर जियो जियो सब का हाथ। जिन्नी देर तक वो अंदर सी आत्मा, हर कोई जी जी कह के बुलांदा सी, जां उठी चल सी कंतड़ा तां कोई ना पुछे तेरी बात। जिदन अंदर वाला कंत आत्मा उठ गया, तेरी किसी ने बात नहीं पूछनी। गुरमुखो याद रखियो, बाहर दी खुराक भी तां ही अंदर असर कर दी है जे अदृष्ट पिया है तां। फिर लफ्ज़ सुनियो, आदमी अंदरों आत्मा निकल जाए ते जिन्ना मर्जी ਉਹਦੇ ਮੂੰਹ 'ਚ ਘਿਓ ਪਾਈ ਜੋ ਉਹਦਾ ਰੰਚਕ ਮਾਤਰ ਵੀ ਕੋਈ ਫਾਇਦਾ ਨਹੀਂ ਹੋਣਾ। ਉਹਦੇ ਮੂੰਹ 'ਚ ਭਾਵੇਂ ਅੰਮ੍ਰਿਤ ਕੋਈ ਪਾਈ ਜਾਏ, ਇਹਦਾ ਮਤਲਬ ਅੰਦਰ ਅਦ੍ਰਿਸ਼ਟ ਹੈ ਜਿਹੜਾ ਦ੍ਰਿਸ਼ਟਮਾਨ ਨੂੰ ਤਕਤੀ ਸ਼ਕਤੀ ਦੇ ਰਿਹਾ ਹੈ। ਤੇ ਗੁਰਮੁਖੋ ਸੱਚ ਇਹ ਵੇ ਰੂਹਾਨੀਅਤ ਵਿੱਚ ਵੀ ਜੋ ਕੁਝ ਵਰਤਾਰਾ ਬਾਹਰ ਮੁਖੀ ਵਰਦਾ ਹੈ, ਉਹ ਸ਼ਹਾਦਤਾਂ ਦਾ ਹੋਵੇ, ਉਹ ਹੱਥੀਂ ਸੇਵਾ ਦਾ ਹੋਵੇ, ਉਹ ਕਿਸੇ ਕਿਸਮ ਦਾ ਵੀ ਸੰਘਰਸ਼ ਹੋਵੇ, ਉਹਦੇ ਪਿੱਛੇ ਅਦ੍ਰਿਸ਼ਟ ਗੁਰੂ ਦੀ ਗੁਰ ਪ੍ਰਸਾਦ ਤੇ ਰੂਹਾਨੀਅਤ ਕੰਮ ਕਰਦੀ ਹੁੰਦੀ ਹੈ। ਉਹ ਅਦ੍ਰਿਸ਼ਟ ਤਾਕਤ ਹੈ। ਇਹਨੂੰ ਥੋੜਾ ਜਿਹਾ ਫਿਰ ਬੇਨਤੀ ਨੂੰ ਸੁਣਿਓ। ਭਾਈ ਸਾਹਿਬ ਜੀ ਨੇ ਜਦੋਂ ਸ਼ਬਦ ਪੜਿਆ, ਪਹਿਲਾਂ ਤਾਂ ਆਪਾਂ ਇਹਦੇ ਅੱਖਰੀ ਅਰਥ ਕਰਾਂਗੇ। ਪਾਠ ਹੈ ਜਾ ਕੋ, ਮੇਰਾ ਖਿਆਲ ਇਹਦਾ ਪਾਠ ਬਿੰਦੀ ਤੋਂ ਰਹਿ ਤੇ ਜਾ ਕੋ ਜਾਂ ਕੋ ਨਹੀਂ, ਕਿਉਂਕਿ ਅਰਥ ਬਦਲ ਜਾਣੇ ਨੇ। ਜੇ ਜਾਂ ਪਾਠ ਕੀਤਾ ਤੇ ਅਰਥ ਬਣ ਜਾਏਗਾ ਆ ਅਤੇ ਆ। ਜਾਂ ਕੋ ਦਾ ਅਰਥ ਹੈ ਜਿਸ ਨੂੰ, ਜਾਂ ਕੋ ਜਿਸ ਨੂੰ ਹਰ ਰੰਗ ਲਾਗੋ ਇਸ ਯੁੱਗ ਮੈਂ। ਹਰ ਦਾ ਅਰਥ ਹਰੀ ਪਰਮਾਤਮਾ ਵੈਗੁਰੂ, ਤੇ ਇੱਥੇ ਰੰਗ ਦਾ ਲਫ਼ਜ਼ੀ ਅਰਥ ਜਿਹੜਾ ਇਸ ਪ੍ਰਸੰਗ ਵਿੱਚ ਆਇਆ ਹੈ, ਇਸ ਪ੍ਰਸੰਗ ਦੇ ਵਿੱਚ ਰੰਗ ਦਾ ਅਰਥ ਪ੍ਰੇਮ ਹੈ। ਫਿਰ ਬੇਨਤੀ ਹੈ, ਇੱਕ ਤਾਂ ਰੰਗ, ਦੂਜੇ ਰੰਗ ਸ਼ਬਦ ਫਾਰਸੀ ਦਾ ਹੈ। ਆ ਰੰਗ ਜਿਹੜੇ ਪੀਲਾ ਕਾਲਾ ਅਸੀਂ ਸਾਰੇ ਚਿੱਟੇ ਵਰਤਨੇ, ਪਰ ਇੱਥੇ ਰੰਗ ਦਾ ਲਫ਼ਜ਼ੀ ਅਰਥ ਆਪਾਂ ਪ੍ਰੇਮ ਕਰਾਂਗੇ। ਉਂਝ ਰੰਗ ਦਾ ਅਰਥ ਗੁਰਬਾਣੀ ਵਿੱਚ ਕਿਸਮ ਵੀ ਆਇਆ ਹੈ। ਪਰ ਫਿਰ ਬੇਨਤੀ, ਜਾ ਕੋ ਜਿਸ ਨੂੰ ਹਰ ਰੰਗ ਲਾਗੋ ਇਸ ਯੁੱਗ ਮੈਂ। ਇਸ ਯੁੱਗ ਦਾ ਅਰਥ ਇਸ ਸੰਸਾਰ ਵਿੱਚ, ਇਸ ਦੁਨੀਆ ਵਿੱਚ ਜੇ ਸਮੇਂ 'ਚ ਆਪਾਂ ਵਿਚਰਨੇ ਪਏ ਆ, ਇਹਦਾ ਅਰਥ ਹੋ ਗਿਆ ਜਿਸ ਬੰਦੇ ਦੇ ਅੰਦਰ ਪਰਮੇਸ਼ਵਰ ਦੇ ਪ੍ਰੇਮ ਦਾ ਰੰਗ ਲੱਗ ਗਿਆ। ਫਿਰ ਬੇਨਤੀ, ਮੁਹੱਬਤ ਦਾ ਰੰਗ ਲੱਗ ਗਿਆ। ਜਾ ਕੋ ਹਰ ਰੰਗ ਲਾਗੋ ਇਸ ਯੁੱਗ ਮੈਂ, ਸੋ ਕਹੀਤ ਹੈ ਸੂਰਾ। ਉਸ ਨੂੰ ਸੂਰਮਾ ਕਿਹਾ ਜਾਂਦਾ ਹੈ ਜਿਹਦੇ ਅੰਦਰ ਪਰਮੇਸ਼ਵਰ ਦੇ ਪ੍ਰੇਮ ਦਾ ਰੰਗ ਲੱਗ ਜਾਏ। ਇਹਦਾ ਮਤਲਬ ਸ਼ਬਦ ਕਿੰਨੇ ਕਮਾਲ ਦਾ ਹੈ ਕਿ ਜਿਹਦੇ ਅੰਦਰ ਰੰਗ ਲੱਗੇ ਉਹ ਸੂਰਮਾ ਹੈ। ਕਿਉਂ ਸੂਰਮਾ ਹੈ? ਇਹਦੇ ਕਾਰਨ ਹੈ। ਕੇਵਲ ਇਹ ਨਹੀਂ ਵੀ ਉਹ ਰੋ ਰਿਹਾ, ਖੜਤਾਲਾਂ ਪਕੜ ਕੇ ਗਾ ਰਿਹਾ ਤੇ ਤਾਂ ਸੂਰਮਾ। ਮਹਾਰਾਜ ਕਹਿੰਦੇ ਇਸ ਤੋਂ ਅਗਲੀ ਗੱਲ ਚੇਤੇ ਰੱਖੀ, ਆਤਮ ਜਿਣੈ ਉਸ ਬੰਦੇ ਨੇ ਅੰਦਰ ਜਿੱਤ ਲਿਆ ਹੈ। ਆਤਮ ਦਾ ਲਫ਼ਜ਼ੀ ਅਰਥ ਵੈਸੇ ਗੁਰਮੁਖਾਂ ਨੇ ਮਨ ਕੀਤਾ ਹੈ ਜ਼ਿਆਦਾ ਥਾਵਾਂ ਤੇ, ਕਿਉਂਕਿ ਕਈ ਥਾਵਾਂ ਤੇ ਮਨ ਆਤਮਾ ਦੇ ਅਰਥ ਕਰਦਾ ਹੈ, ਜੀਓ ਦੇ ਅਰਥ ਕਰ ਜਾਂਦਾ ਹੈ। ਕਈ ਥਾਂ ਤੇ ਆਤਮਾ ਜਿਹੜਾ ਮਨ ਦੇ ਅਰਥ ਕਰਦਾ ਹੈ। ਜਿਵੇਂ ਆਪ ਜੀ ਇੱਕ ਸ਼ਬਦ ਪੜ੍ਹਦੇ ਹੋ ਹਜ਼ੂਰ ਦੀ ਦਾ ਕਿ ਜੀਓ ਤਪਤ ਹੈ ਬਾਰੋ ਬਾਰ, ਤਬ ਤਬ ਖਪੈ ਬਹੁਤ ਬੇਕਾਰ, ਜੈਤਨ ਬਾਣੀ ਵਿਸਰ ਜਾਏ ਜਿਉ ਪੱਕਾ ਰੋਗੀ ਵੱਲਾਏ। ਉਹਦੇ ਵਿੱਚ ਇੱਕ ਬਚਨ ਹੈ, ਮਹਾਰਾਜ ਕਹਿੰਦੇ ਨੇ ਜਿਨ ਕਨ ਕੀਤੇ ਅੱਖੀ ਨਾਕ, ਜਿਨ ਜੇਵਾ ਦਿੱਤੀ ਬੋਲੇ ਤਾਤ, ਜਿਨ ਮਨ ਰਾਖਿਆ ਅਗਨੀ ਪਾਏ। ਹੁਣ ਉੱਥੇ ਮਨ ਦੇ ਅਰਥ ਗੁਰਮੁਖ ਵਿਦਵਾਨਾਂ ਨੇ ਅੰਦਰ ਵਾਲੀ ਜੀਓ ਕੀਤਾ ਹੈ ਕਿ ਜਿਸ ਜਿੰਦ ਨੂੰ ਮਾਂ ਦੇ ਪੇਟ ਦੀ ਅੱਗ ਵਿੱਚ ਵੀ ਉਹਨੇ ਬਚਾ ਕੇ ਰੱਖਿਆ। ਦੇਖੋ ਤੇ ਸ਼ਬਦ ਮਨ ਦੇ ਅਰਥ ਹੋ ਗਏ। ਇੱਥੇ ਹੈ ਆਤਮ ਜਿਣੈ,
ਉਹ ਆਪਣੇ ਅੰਦਰ ਨੂੰ ਜਿੱਤ ਲੈਂਦਾ ਹੈ। ਆਤਮ ਦਾ ਅਰਥ ਹੈ ਮਨ ਨੂੰ ਜਿੱਤ ਲੈਣਾ। ਫਿਰ ਮੇਰੀ ਬੇਨਤੀ ਸੁਣਿਓ, ਕੇਵਲ ਹਰ ਰੰਗ ਦੇ ਅਰਥ ਪਹਿਲੀ ਤੁਕ ਨਾਲ ਕਲੀਅਰ ਨਹੀਂ ਹੋਣਗੇ। ਜਿਸ ਨੇ ਪਰਮਾਤਮਾ ਦੀ ਸਿਫਤ ਕਰ ਕਰਕੇ, ਮੁਹੱਬਤ ਕਰ ਕਰਕੇ, ਕੀਰਤਨ ਸਿਫਤ ਕਰਕੇ ਆਪਣੇ ਮਨ ਨੂੰ ਘੁੱਟ ਕੇ ਬੰਨ ਲਿਆ, ਉਹਨੇ ਮਨ ਨੂੰ ਜਿੱਤ ਲਿਆ। ਆਤਮ ਜਿਣੈ ਅਗੇ ਹੈ ਸਗਲ ਵਸ, ਤਾਕੈ ਤਾਕੈ ਦਾ ਅਰਥ ਹੈ ਉਸ ਦੇ, ਕਿਸ ਦੇ? ਜਾ ਕੋ। ਫਿਰ ਬੇਨਤੀ ਯਾਦ ਰੱਖਿਓ, ਇਹ ਅਰਥ ਇਸ ਤਰ੍ਹਾਂ ਹੋਣਗੇ ਕਿ ਉਸ ਨੇ ਆਤਮ ਜਿਣੈ ਸਗਲ ਵਸ ਤਾਕੈ, ਜਿਨੇ ਮਨ ਨੂੰ ਜਿੱਤ ਲਿਆ, ਹਰ ਚੀਜ਼, ਹਰ ਸੰਸਾਰ ਦੀ ਸ਼ਕਤੀ ਉਹਦੇ ਵਸ ਵਿੱਚ ਆ ਗਈ। ਜਿਨੇ ਮਨ ਜਿੱਤ ਲਿਆ, ਗੁਰਮੁਖੋ ਚੇਤੇ ਰੱਖਿਓ, ਉਹਨੇ ਜਗ ਜਿੱਤ ਲਿਆ, ਕਿਉਂਕਿ ਉਹਨੂੰ ਕਿਸੇ ਦੀ ਪਰਵਾਹ ਹੀ ਨਹੀਂ। ਆਤਮ ਜਿਣੈ ਸਗਲ ਵਸ ਤਾਕੈ। ਹੁਣ ਇੱਥੇ ਨਾਲ ਹੋਰ ਤੀਜੀ ਬਖਸ਼ਿਸ਼ ਕਰ ਦਿੱਤੀ, ਫਿਰ ਰਿਪੀਟ ਕਰਾਂਗਾ। ਜਿਸ ਅੰਦਰ ਪ੍ਰਭੂ ਦੇ ਪ੍ਰੇਮ ਦਾ ਬਖਸ਼ਿਸ਼ ਹੋ ਜਾਏ ਉਹ ਸੂਰਮਾ ਹੈ। ਉਸ ਸੂਰਮੇ ਨੇ ਆਪਣੇ ਅੰਤਰ ਆਤਮੇ ਨੂੰ ਜਿੱਤ ਲਿਆ ਹੈ, ਪਰ ਇਕੱਲਿਆਂ ਨਹੀਂ। ਆਤਮ ਜਿਣੈ ਸਗਲ ਵਸ ਤਾਕੈ, ਕੌਣ? ਜਾ ਕਾ ਸਤਿਗੁਰ ਪੂਰਾ, ਜਿਹਦੇ ਸਿਰ ਤੇ ਸਮਰੱਥ ਪੂਰੇ ਸਤਿਗੁਰੂ ਨੇ ਹੱਥ ਰੱਖਿਆ, ਜਿਹਦੇ ਕੋਲ ਗੁਰ ਪ੍ਰਸਾਦ ਹੈ, ਗੁਰੂ ਬਖਸ਼ਿਸ਼ ਹੈ। ਆਤਮ ਜਿਣੈ ਸਗਲ ਵਸ ਤਾਕੈ, ਜਾ ਕਾ ਸਤਿਗੁਰ ਪੂਰਾ। ਪਹਿਲਾ ਸਿਰ ਮੈਂ ਅਖਰੀ ਅਰਥ ਕਰ ਰਿਹਾ, ਅੱਗੇ ਵੇ ਠਾਕੁਰ ਗਾਈਐ, ਕੱਕੇ ਨੂੰ ਔਂਕੜ ਠਾਕੁਰ, ਪਰਮਾਤਮਾ ਨੂੰ, ਵਾਹਿਗੁਰੂ ਨੂੰ ਠਾਕੁਰ ਗਾਈਐ ਆਤਮ ਰੰਗ। ਇੱਥੇ ਫਿਰ ਬੇਨਤੀ ਸੁਣਿਓ, ਆਤਮ ਜਿਣੈ ਆਤਮ ਰੰਗ, ਇਹਦਾ ਅਰਥ ਰੰਗ ਦਾ ਅਰਥ ਫਿਰ ਪ੍ਰੇਮ ਹੈ। ਕਹਿੰਦੇ ਨੇ ਪਰਮਾਤਮਾ ਨੂੰ ਧੁਰ ਆਪਣੇ ਮਨ ਵਿੱਚ ਰੰਗੇ ਕੋਈ ਪ੍ਰੇਮ ਨਾਲ ਗਾਓ, ਬੱਧਾ ਚੱਟੀ ਨਹੀਂ। ਠਾਕੁਰ ਨੂੰ ਗਾਓ, ਠਾਕੁਰ ਗਾਈਐ ਆਤਮ ਰੰਗ। ਜਦੋਂ ਅੰਤਰ ਆਤਮੇ ਪ੍ਰੇਮ ਵਿੱਚ ਭਿੱਜ ਕੇ ਗਾਂਗੇ ਤੇ ਫਿਰ ਕੀ ਅਵਸਥਾ ਬਣੇਗੀ? ਸਰਨੀ ਪਾਵਨ, ਨਾਮ ਧਿਆਵਨ, ਸਹਿਜ ਸਮਾਵਨ ਸੰਗ। ਕਿੱਡੀ ਬਖਸ਼ਿਸ਼ ਕਰਦਿਆ ਆਖ ਹੈ ਸੂਰਮਾ ਕਿ ਠਾਕੁਰ ਨੂੰ ਪ੍ਰੇਮ ਚ ਭਿੱਜ ਕੇ ਗਾ, ਮਨ ਰੰਗਿਆ ਹੋਵੇ, ਆਤਮ ਰੰਗਿਆ ਹੋਵੇ ਪ੍ਰੇਮ ਚ, ਉਸ ਤਰ੍ਹਾਂ ਗਾ। ਉਹਦੀ ਸ਼ਰਨ ਵਿੱਚ ਉਹ ਟਿਕਿਆ ਰਹਿੰਦਾ ਜਿਹੜਾ ਠਾਕੁਰ ਨੂੰ ਗਾਉਂਦਾ ਪ੍ਰੇਮ ਚ। ਦੂਜੀ ਗੱਲ, ਨਾਮ ਧਿਆਵਨ, ਸ਼ਰਨ ਵਿੱਚ ਪਏ ਹੋਏ ਦਾ ਮਤਲਬ ਉਹ ਬੰਦਗੀ ਕਰਦਾ ਹੈ। ਤੇ ਮਹਾਰਾਜ ਕਹਿੰਦੇ ਨੇ ਇੱਕ ਦਿਨ ਐਸੀ ਬਖਸ਼ਿਸ਼ ਹੁੰਦੀ ਏ, ਉਹ ਸਹਿਜ ਅਵਸਥਾ ਵਿੱਚ ਟਿਕ ਕੇ ਠਾਕੁਰ ਦੇ ਵਿੱਚ ਅਭੇਦ ਹੋ ਜਾਂਦਾ ਹੈ। ਇਹ ਹੈ ਸੂਰਮਾ। ਠਾਕੁਰ ਗਾਈਐ ਆਤਮ ਰੰਗ, ਸਰਨੀ ਪਾਵਨ, ਨਾਮ ਧਿਆਵਨ, ਸਹਿਜ ਸਮਾਵਨ, ਸੰਗ ਰਹਾਓ। ਹੁਣ ਅਗਲੇ ਬਚਨ, ਅਗਲੀ ਮਹਾਰਾਜ ਨੇ ਮੰਗ ਕੀਤੀ ਹੈ। ਹਜ਼ੂਰ ਕਹਿੰਦੇ ਨੇ ਇਹੋ ਜੀ ਇਬਾਦਤ ਕਰਨ ਵਾਲੀਆਂ ਰੂਹਾਂ, ਇਹੋ ਜਿਹਾ ਆਤਮ ਜੇਤੂ ਸੂਰਮੇ, ਇਹੋ ਜਿਹਾ ਠਾਕੁਰ ਦੀ ਸ਼ਰਨ ਵਿੱਚ ਪੈ ਕੇ ਸਹਿਜ ਵੀ ਸਮਾਏ ਹੋਏ, ਉਹਨਾਂ ਦੇ ਚਰਨ ਮੇਰੇ ਹਿਰਦੇ ਵਿੱਚ ਵਸ ਜਾਣ ਜੀ, ਫਿਰ ਕੀ ਹੋ ਜਾਊਗਾ? ਕਹਿਣ ਲੱਗੇ ਉਹਨਾਂ ਦੇ ਚਰਨਾਂ ਦੀ ਤੁਫੈਲਿਸ਼ ਮੇਰਾ ਸਰੀਰ ਪਵਿੱਤਰ ਹੋ ਜਾਏਗਾ। ਜਨ ਕੇ ਚਰਨ ਵਸੈ ਮੇਰੇ ਹੀ ਹਰੇ। ਫਿਰ ਬੇਨਤੀ, ਉਸ ਸੇਵਕ ਦੇ ਜਾਕੋ ਹਰ ਰੰਗ ਲਾਗੋ, ਆਤਮ ਜਿਹਨੇ ਗਾਇਆ, ਜਨ ਕੇ ਚਰਨ ਵਸੈ ਮੇਰੇ ਹੀ ਹਰੇ, ਸੰਗ ਪੁਨੀਤਾ ਦੇਖੀ। ਉਸ ਦੇ ਚਰਨ ਹਿਰਦੇ ਵਿੱਚ ਟਿਕ ਜਾਣ ਤੇ ਸੱਚ ਐਵੇਂ ਸਾਡੀ ਦੇਹੀ ਪਵਿੱਤਰ ਹੋ ਜਾਏਗੀ। ਜਨ ਕੀ ਧੂਰ ਦੇਹੋ ਕਿਰਪਾ ਨਿਧ। ਵਾਹਿਗੁਰੂ ਜੀ ਕਿਰਪਾ ਦੇ ਖਜ਼ਾਨੇ ਜੀ, ਨਿਧ ਦਰ ਤੇ ਖਜ਼ਾਨਾ, ਕਿਰਪਾ ਦੇ ਖਜ਼ਾਨੇ ਜੀ, ਮੈਨੂੰ ਇਹੋ ਜਿਹੇ ਸੂਰਮੇ ਦੇ ਚਰਨਾਂ ਦੀ ਧੂੜ ਦੇ ਦਿਓ। ਇਹ ਤਾਂ ਸ਼ਬਦ ਸੁਣਿਆ ਗੁਰਮੁਖੋ, ਜਿਸ ਧਰਤੀ ਤੇ ਤੁਸੀਂ ਮਿੱਟੀ, ਖਾਕ, ਧੂੜ ਆਪਣੇ ਮਸਤਕ ਤੇ ਲਾਉਣ ਵਾਸਤੇ ਆਇਓ, ਇੱਥੇ ਜਿੰਨੀਆਂ ਖੂਨ ਦੀਆਂ ਬੂੰਦਾਂ ਸਿੱਖਾਂ ਦੀਆਂ ਡੁੱਲੀਆਂ ਹੋਈਆਂ ਨੇ, ਆਤਮ ਜੇਤੂ ਸੂਰਮਿਆਂ ਦੀਆਂ ਨੇ। ਇਹਨਾਂ ਨੇ ਆਪਣੇ ਆਪ ਤੇ ਫਤਿਹ ਪਾਈ ਸੀ। ਮਹਾਰਾਜ ਕਹਿੰਦੇ ਜਨ ਕੇ ਚਰਨ ਵਸੈ ਮੇਰੇ ਹੀਅਰੈ, ਸੰਗ ਪੁਨੀਤਾ ਦੇਖੀ। ਜਨ ਕੀ ਧੂਰ ਦੇਹੋ ਕਿਰਪਾ ਨਿਧ, ਨਾਨਕ ਕਹਿ ਸੁਖ ਏਹੀ। ਮੇਰੇ ਲਈ ਸੁਖ ਏਵੇ ਕਿ ਮੇਰੇ ਹਿਰਦੇ ਵਿੱਚ ਉਹਨਾਂ ਗੁਰਮੁਖਾਂ ਦੇ ਚਰਨ ਵਸ ਜਾਣ। ਥੋੜੀ ਜਿਹੀ ਬੇਨਤੀ ਧਿਆਨ ਨਾਲ ਹੀ ਸੁਣਿਓ, ਇੱਕ ਸ਼ਬਦ ਥੋੜਾ ਜਿਹਾ ਮਹਿੰਗਾ ਲੱਗੇਗਾ। ਆਤਮ ਜੇਤੂ ਸੂਰਮਾ ਕੀ ਹੈ? ਗੱਲਾਂ ਕਰਨ ਨੂੰ ਤੇ ਇੱਕ ਖਿਣ ਚ ਭਾਈ ਸਾਹਿਬ ਜਿਵੇਂ ਦੱਸ ਕੇ ਵੀ ਗਏ ਸਾਨੂੰ, ਮੈਂ ਵੀ ਸਿਰਫ ਬੋਲਣਾ ਪਿਆ ਵਾਂ, ਅੰਦਰ ਨੂੰ ਗੁਰ ਪ੍ਰਸਾਦ ਤੋਂ ਬਿਨਾ ਨਹੀਂ ਜਿੱਤਿਆ ਜਾ ਸਕਦਾ। ਗੁਰਮੁਖੋ, ਆ ਦੋ ਚਮਕਦੇ ਦੀਵੇ ਨੇ। ਬਾਬੇ ਫਰੀਦ ਨੇ ਕਿਹਾ ਦੀਵੜੇ ਨੇ ਦੋ, ਇਹ ਚਮਕਦੇ ਦੀਵੇ ਸਾਡੇ ਤੋਂ ਕਾਬੂ ਨਹੀਂ ਆਉਂਦੇ ਪਏ। ਆ ਛੋਟੀ ਜੀ ਜੀਭ ਦਾ ਟੁਕੜਾ, ਮਾਸ ਦਾ ਟੁਕੜਾ ਛੋਟਾ ਜਿਹਾ, ਇਸ ਆਲੇ ਚ ਪਿਆ,
ਤੇ ਪਤਾ ਨਹੀਂ ਕਿੰਨਾ ਕੁਝ ਇਹਦੇ ਰਾਹੀਂ ਇਹਨੂੰ ਸਪਰਸ਼ ਕਰ ਕਰਕੇ ਇਸ ਤੰਦੂਰ ਵੀ ਚਲਾ ਗਿਆ ਤੇ ਕਿੰਨਾ ਕੁਝ ਇਹ ਬੋਲ ਚੁੱਕਾ ਹੈ, ਅਜੇ ਤੱਕ ਤੇ ਜੀਵ ਦਾ ਟੁਕੜਾ ਵੀ ਨਹੀਂ ਜਿੱਤਿਆ ਗਿਆ। ਆ 2 ਕੰਨਾਂ ਦੇ ਸੁਰਾਖ ਨੇ, ਬਹੁਤ ਕੁਝ ਸੁਣ ਚੁੱਕੇ ਹਾਂ ਚੰਗਾ ਮੰਦਾ, ਪਰ ਗੁਰਮੁਖੋ ਅਜੇ ਇਹ ਵੀ ਕਾਬੂ ਨਹੀਂ ਆਉਂਦੇ ਪਏ। ਜਿਹੜੇ ਦ੍ਰਿਸ਼ਟਮਾਨ ਦਿਸਦੀ ਅੱਖਾਂ ਨੇ, ਨੱਕ ਨੇ, ਆ ਕੰਨ ਨੇ, ਜੀਭ ਹੈ, ਇਹ ਨਹੀਂ ਛੇਤੀ ਕਾਬੂ ਆਉਂਦੇ ਪਏ। ਜਿਹਦਾ ਤਾਂ ਰੂਪ ਰੇਖ ਰੰਗ ਹੀ ਕੋਈ ਨਹੀਂ, ਮਨ ਨੂੰ ਕਾਬੂ ਕਰਨਾ ਕੋਈ ਖਾਲਾ ਜੀ ਦਾ ਵਾੜਾ ਨਹੀਂ। ਮੈਂ ਫਿਰ ਬੇਨਤੀ ਕਰਾਂ, ਇੱਕ ਬਚਨ ਅਸੀਂ ਲੈਣਾ ਹੈ ਕਿ ਪਹਿਲੀ ਗੱਲ ਕਿ ਪ੍ਰੇਮ ਵਿੱਚ ਭਿੱਜ ਕੇ ਹੱਠ ਯੋਗ ਨਹੀਂ ਕਿਹਾ, ਪ੍ਰੀਤ ਪਿਆਰ ਕਰਕੇ ਉਹਨੂੰ ਗਾ ਕੇ ਉਹਦਾ ਸਿਮਰਨ ਕਰਕੇ। ਦਾਸ ਨੇ ਇੱਕ ਵਾਰ ਬੇਨਤੀ ਕੀਤੀ ਸੀ, ਗੁਰਮੁਖੋ ਅਸੀਂ ਜਪਜੀ ਸਾਹਿਬ ਦੀ 4ਥੀ ਪੌੜੀ ਪੜ੍ਹਨੇ, ਉਸ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਕਿਰਪਾ ਕਰਕੇ ਸਾਧਨਾ ਦੱਸੀ ਹੈ ਵੀ ਸਚਿਆਰ ਕਿਵੇਂ ਹੋ ਸਕਣਾ, ਤੇ ਉਸ ਵਿੱਚ ਇੱਕ ਕਿਰਪਾ ਕੀਤੀ ਹੈ। ਉਸ ਪੌੜੀ ਹੈ, ਸਾਚਾ ਸਾਹਿਬ ਸਾਚ ਨਾਏ ਭਾਖਿਆ ਭਾਓ ਅਪਾਰ। ਸਾਚਾ ਸਾਹਿਬ ਉਹ ਵਾਹਿਗੁਰੂ ਪਰਮਾਤਮਾ ਜਿਹੜਾ ਮਾਲਕ ਹੈ, ਉਹ ਸੱਚਾ ਹੈ, ਉਹਦਾ ਨਾਮ ਵੀ ਸੱਚ ਹੈ। ਫਿਰ ਬੇਨਤੀ ਸੁਣਿਓ, ਉਹ ਆਪ ਸਤ ਹੈ, ਉਹਦਾ ਨਾਮ ਵੀ ਸਤ ਹੈ। ਆ ਸਰੀਰ ਅੱਜ ਸਤ ਦਿਸ ਰਿਹਾ, ਸੱਚ ਹੈ ਨਾ, ਮੈਂ ਤੁਸੀਂ ਸਾਰੇ ਬੈਠੇ ਆ, ਹਰ ਸਰੀਰ ਦਾ ਨਾਮ ਹੈ, ਪਰ ਇਹਨੇ ਇੱਕ ਦਿਨ ਝੂਠੇ ਨੇ ਟੁੱਟ ਜਾਣਾ ਤੇ ਨਾਮ ਵੀ ਖਤਮ ਹੋ ਜਾਣਾ। ਆਇਆ ਗਿਆ ਮੋਇਆ ਨਾਉ, ਪਰ ਉਹ ਆਪ ਸੱਚ ਹੈ, ਉਹਦਾ ਨਾਮ ਵੀ ਸੱਚ ਹੈ। ਇੱਕ ਹੋਰ ਬੇਨਤੀ, ਆਮ ਬੰਦੇ ਦੇ ਨਾਮ ਦੀ ਚਰਚਾ ਹੁੰਦੀ ਹੈ ਪਰ ਉਹਦੀ ਹਾਜ਼ਰੀ ਨਹੀਂ ਹੁੰਦੀ। ਉਂਝ ਆਪਾਂ ਕਹਿ ਦਾਂਗੇ ਤੁਹਾਡੀ ਹਾਜ਼ਰੀ ਲਵਾ ਦਿੱਤੀ, ਪਰ ਵਜੂਦ ਤਾਂ ਨਹੀਂ ਨਾ। ਫਿਰ ਬੇਨਤੀ ਹੈ, ਕਿਤੇ ਬੰਦਾ ਚਲਾ ਵੀ ਜਾਏ ਸੀ ਉਹਦੇ ਨਾਮ ਦੀ ਗੱਲ ਕਰਨੇ ਆ, ਪਰ ਉਹਦੇ ਨਾਮ ਦੀ ਚਰਚਾ ਹੋ ਰਹੀ, ਉਹਦੀ ਹੋਂਦ ਮੁੱਕ ਚੁੱਕੀ ਹੈ। ਪਰਮੇਸ਼ਵਰ ਐਸੇ ਨਹੀਂ। ਗੁਰਮੁਖੋ ਜਿੱਥੇ ਵਾਹਿਗੁਰੂ ਜੀ ਦੇ ਨਾਮ ਦੀ ਚਰਚਾ ਹੋਵੇਗੀ, ਉੱਥੇ ਨਾਮੀ ਦੀ ਮੌਜੂਦਗੀ ਹਰ ਹਾਲਤ ਵਿੱਚ ਹੋਵੇਗੀ। ਇਸ ਮੇਰੀ ਬੇਨਤੀ ਨੂੰ ਫਿਰ ਸੁਣਿਓ, ਮੈਂ ਗੱਲ ਰਿਪੀਟ ਕਰਾਂਗਾ ਜੀ, ਕਿਉਂਕਿ ਮੇਰੇ ਸਮਝ ਪੈ ਜਾਏ। ਮੇਰਾ ਨਾਮ ਹੈ, ਆਪ ਜੀ ਦਾ ਨਾਮ ਹੈ। ਇੱਕ ਵੇਲੇ ਚੰਗੇ ਮੰਦੇ ਉਸਤਤ ਨਿੰਦਿਆ ਵਾਲੇ ਪਤਾ ਨਹੀਂ ਕਿੰਨੇ ਕੁ ਬੰਦੇ ਜ਼ਿਕਰ ਕਰ ਰਹੇ ਹੋਣਗੇ, ਪਰ ਜਿੰਨੇ ਬੰਦੇ ਜ਼ਿਕਰ ਕਰ ਰਹੇ ਨੇ, ਮੇਰੀ ਤੁਹਾਡੀ ਉੱਥੇ ਮੌਜੂਦਗੀ ਨਹੀਂ। ਪਰ ਵਾਹਿਗੁਰੂ ਜੀ ਦੇ ਨਾਮ ਦਾ ਜਿੱਥੇ ਵੀ ਜ਼ਿਕਰ ਚੱਲੇਗਾ ਤੇ ਅਣਗਿਣਤ ਲੋਕ ਜ਼ਿਕਰ ਕਰਨਗੇ, ਸੱਚ ਵੇ ਮੇਰਾ ਕਰਤਾ ਪੁਰਖ ਹਰ ਥਾਂ ਤੇ ਜਪਣ ਵਾਲੇ ਦੇ ਕੋਲ ਹੋਵੇਗਾ। ਉਸ ਮੈਂ ਤਾਂ ਕਿ ਉਹ ਸਤ ਹੈ, ਉਹਦਾ ਨਾਮ ਸਤ ਹੈ। ਜਿੱਥੇ ਉਹਦਾ ਨਾਮ ਹੈ ਉੱਥੇ ਉਹਦੀ ਮੌਜੂਦਗੀ ਹੈ। ਸਿੱਧੀ ਗੱਲ ਚੇਤੇ ਰੱਖੋ, ਯਹਾਂ ਜਿੱਥੇ ਨਾਮ ਹੈ ਉੱਥੇ ਨਾਮੀ ਹੈ, ਜਿੱਥੇ ਹੁਕਮ ਮੰਨਿਆ ਜਾਂਦਾ ਉੱਥੇ ਹੁਕਮ ਹੀ ਵਰਦਾ ਹੈ। ਇਸੇ ਕਰਕੇ ਗੁਰੂ ਜੀ ਨੇ ਕਿਹਾ, ਆਪਣੇ ਸੇਵਕ ਕੀ ਆਪੇ ਰਾਖੈ, ਆਪੇ ਨਾਮ ਜਪਾਵੈ, ਜੈ ਜੈ ਕਾਜ ਕਿਰਤ ਸੇਵਕ ਕੀ ਤਾਂ ਤਾਂ ਉਠਤਾਵੈ। ਸੇਵਕ ਕੋ ਨਿਕਟੀ ਹੋਏ ਦਿਖਾਵੈ, ਪਰ ਮੈਂ ਨਹੀਂ ਨਿਕਟੀ ਹੋ ਕੇ ਦਿਖਾ ਸਕਦਾ। ਫਿਰ ਲਫ਼ਜ਼ ਕਹੇ, ਮੇਰਾ ਕੋਈ ਨਾਮ ਤੁਹਾਡਾ ਕੋਈ ਨਾਮ ਲੈ, ਅਸੀਂ ਨਿਕਟੀ ਹੋ ਨਹੀਂ ਵਰਤ ਸਕਦੇ, ਪਰ ਵਾਹਿਗੁਰੂ ਜੀ ਦਾ ਜਿੱਥੇ ਕੋਈ ਨਾਮ ਲਏਗਾ ਨਾ ਗੁਰਮੁਖੋ, ਉੱਥੇ ਪਰਮੇਸ਼ਵਰ ਨਾਮੀ ਆਪ ਨਾਮ ਰਹੀ ਵਰਤਨ ਲੱਗ ਪੈਂਦਾ ਹੈ। ਇਸ ਨੂੰ ਫਿਰ ਥੋੜਾ ਜਿਹਾ ਮੈਂ ਆਉਣਾ ਉਸੇ ਤੇ ਇਹ ਪ੍ਰੇਮ ਚ ਰੰਗ ਕੇ ਇੱਕ ਹੋਰ ਬੇਨਤੀ ਹੈ, ਕਿਉਂਕਿ ਜਦੋਂ ਆਪਾਂ ਤੁਰਨਾ ਹੈ ਨਾ ਰੂਹਾਨੀਅਤ ਵਾਲੇ ਪਾਸੇ, 7 ਬਚਨ ਕਰਕੇ ਤੁਰ ਕੇ ਹੀ ਭਲਾ ਹੈ। ਜੇ ਸਾਹ ਥਾਂ ਤੇ ਗੱਲਾਂ ਦੇ ਸਵਾਦ ਲਈ ਜਾਾਂਗੇ, ਅੰਦਰ ਖਿੰਡ ਜਾਣਾ ਹੈ। ਗੁਰਮੁਖੋ ਆਤਮਿਕ ਮੰਜ਼ਲ ਨਹੀਂ ਬੰਦੇ ਨੂੰ ਮਿਲ ਸਕਦੀ। ਉਹ ਫਿਰ ਗਾਲੜੀ ਵੀ ਹੋ ਜਾਂਦਾ ਹੈ। ਉਹਦਾ ਦਿਲ ਕਰਦਾ ਮੈਂ ਹੋਰ ਬਹੁਤ ਕੁਝ ਇਕੱਠਾ ਕਰਾਂ। ਕਈ ਵਾਰੀ ਅਸੀਂ ਸ਼ਬਦ ਬਾਣੀ ਭਾਈ ਸਾਹਿਬ ਨਹੀਂ ਵਰਤੇ ਕਿ ਜੇ ਖੰਡ ਖੰਡ ਕਹੋ ਤੇ ਮੂੰਹ ਨਹੀਂ ਮਿੱਠਾ ਹੁੰਦਾ। ਉਹਦਾ ਮਤਲਬ ਇਹ ਉਹ ਸੀ ਵੀ ਤੁਸੀਂ ਇਹਨੂੰ ਪ੍ਰੈਕਟੀਕਲ ਕਮਾਓ। ਪਰ ਕਈ ਸੱਜਣ ਇਸ ਸ਼ਬਦ ਨੂੰ ਨਾਮ ਨਾਲ ਜੋੜ ਕੇ ਅਰਥ ਕਰਨ ਲੱਗ ਪਏ ਵੀ ਜੇ ਖੰਡ ਖੰਡ ਕਹੋ ਤੇ ਮੂੰਹ ਨਹੀਂ ਮਿੱਠਾ ਹੋਣਾ, ਖੰਡ ਖਾਓਗੇ ਤੇ ਮਿੱਠਾ ਹੋਣਾ। ਇਹ ਗੱਲ ਨਾਮ ਤੇ ਨਹੀਂ ਟੁਕਣੀ। ਮੇਰੀ ਗੱਲ ਧਿਆਨ ਨਾਲ ਸੁਣਿਓ। ਖੰਡ ਖੰਡ ਕਿਆ ਕਹਿੰਦੇ ਨੇ, ਮੂੰਹ ਨਹੀਂ ਮਿੱਠੇ ਹੁੰਦੇ, ਤੇ ਤੁਸੀਂ ਵਾਹਿਗੁਰੂ ਵਾਹਿਗੁਰੂ ਕਹੀ ਜਾਓਗੇ ਫਿਰ ਕੀ ਹੋ ਜਾਏਗਾ। ਯਾਦ ਰੱਖਿਓ, ਖੰਡ ਬਾਹਰ ਦਾ ਪਦਾਰਥ ਹੈ, ਵਾਹਿਗੁਰੂ ਤਨ ਤੋਂ ਬਾਹਰ ਦਾ ਨਹੀਂ। ਲਫ਼ਜ਼ ਫਿਰ ਸੁਣਿਓ, ਖੰਡ ਬਾਹਰ ਦਾ ਪਦਾਰਥ ਹੈ। ਕੋਈ ਖੰਡ ਬਾਹਰੋਂ ਤਲੀ ਤੇ ਰੱਖੇਗਾ ਤੇ ਸਵਾਦ ਚੱਖੇਗਾ,
पर वैगुरु तेरे धुर अंदर समाया है। जदा तू वैगुरु वैगुरु बोलेगा, चेते रखी खंड वाली उधार नहीं तुकनी, तेरी रसना आप ही नाम दे मिठास भी चली जानी है, क्योंकि नाम तेरे अंदरों प्रगट होना है। इसनू क्योंकि जदों असीं जपांगे, जपन वाले अंदरों है ना। मेरी बेनती है जी कि जिथे नाम है साचा साहिब साच नाए, अगला बचन है भाख्या, ओदी भाषा की है। फिर बेनती ठाकुर गाइया आत्म रंग, प्रेम च भिज के गाइए। ओदी बोली की भाख्या भाओ, भाओ दा अर्थ है प्रेम। भाख्या भाओ अपार, जिदा पार वाला बनना नहीं पाया। भाख्या दा लफ्जी अर्थ में बोली कीता है, कई सज्जना ने भाषा कीता है। ते यह भी सच है कि गुरु ग्रंथ साहिब दे अर्थां नूं एक बंदा अपनी बुद्धि च नहीं बन सकता। जे कहे जी मैं जेड़े अर्थ कर गया बस यही अर्थ ने, नहीं प्यारिओ, नहीं अर्थ नहीं बजे जा सकते। यही कारण तुसी सूझवान बैठे हो। मैं कई बार सोचना सतगुरां ने 1604 नूं पहला प्रकाश किया, 1705 सतगुरु जी मैं शब्द वरता, इन्हां साकियां तो बाद गुरदेव पिता जी की बाणी विच दर्ज कर रहा। फिर गल ध्यान नाल सुनियो, 1604 ते 1705 एक सदी हो गई ना। गुरु काल विच सानू किते भी मुकम्मल गुरु ग्रंथ साहिब दा टीका नहीं मिलेगा। कदी देखियो 100 साल का समा है, बड़े बड़े करनी वाले पैदा हुए, अज की तरह नहीं। वो मौखिक अर्थ करते सन। यही कहा जाता है गुरु गोबिंद सिंह जी ने 48 सिखां नूं अपने मुख तो गुरु ग्रंथ साहिब के अर्थ सुनाए, लिख च नहीं आया। वो सीना बसीना अगे अर्थ चलता है। मैं इस करके बेनती की जी अर्थ के मामले च आपां बहस नहीं करनी, क्योंकि अर्थ जिंदगी दी विच वापरदी हुई असली वो घटना है जदों सुरत शब्द नाल जुड़दी है, उदों अर्थ बदल लग पैंदे, वो अर्थ नहीं रहिंदे। इस नूं थोड़ा जिहा मैं एक उदाहरण अक्सर देना कि गुरु हरगोबिंद साहिब जी ना जी आप कथा करते सन। महाराज जी सच्चे पातशाह जदों कश्मीर गए ते सतगुरां नूं संगत ने बेनती की, महाराज जपजी साहिब दे अर्थ सुनाओ। कई बारी दास ने कोट किया, सतगुरां ने जपजी साहिब दे अर्थ किते गुरु हरगोबिंद साहिब जी ने। बहुत प्यार करते सन बाणी नूं, खड़कधारी दो सन, पर इत्थों तक तुसीं हिसाब लाओ सिख जपजी साहिब दा शुद्ध पाठ करदा है ते 6वें सतगुरु अपनी गद्दी छड्डी जांदे आ। किन्ना पाठ नूं मुहब्बत करते हैं। महाराज जी ने जपजी साहिब की कथा की ते जिस दिन उस कथा का भोग पिया, संगत ने शुकराने वजों बेनती की, सच्चे पातशाह आप जी का कोटान कोट शुकर, आप जी ने जप की कथा सुनाई। महाराज जी दे बोल सुनने वाले ने ते संगत जदों शुक्र किया ते सतगुरु कथा तो बाद बोले कि बौर श्रीमुख बचन पखानो, अर्थ याहे गुरु नानक जानो। हुण इस बेनती सुनियो, अर्थ याहे गुरु नानक जानो असी बोल दिता है। ते मैं पिछले दिनी भी क्या गुरमुखो आप जी जपजी साहिब का पाठ करते हो, गुरु साहिब लिए की भेटा लैके जाने इतिहास कथावां ते। मैं भी आया, आप जी भी आउंदे हो, अमृतसर जाते हो, असी कहांगे सी महाराज जी देग लैके जाने, असी माया लैके जाने, चंगी गल है, पर गुरु साहिब की भेटा किहड़ी मंगदे आ। महाराज कहंदे आ तू सिमरन की भेटा लैके आया कर, तू बाणी की भेटा लैके आ। हुण शहीदां दे दिन ने, क्योंकि असी कोई थोड़ा भी किसी को उपदेश करना इस ढंग नाल ऑर्डर करके अपनी मर्यादा आप ही बना लीए इन्हां दिनां च भी आह पाठ मैं अपने नेम तो वध करना है ते मैं शहीदां नूं समर्पित करना है। ये भेटा मेरी उन्हां लई है। हुण सुनियो महाराज दी इस तुक नूं, साचा साहिब साच नाए भाख्या भाओ अपार, आख है मंग है देह देह मंगने आखने दात करे दातार, असी आखने मंगने वो दातां देंदे ने। फिर के अगे रखी है भेटा केड़ी लैके आई। मैं जी तां बेनती कर लगा कि इन्हां दिनां च शहीदां दियां शहादतां वाले दिन गुरमुखो उदों आश्चर्य ही कृपा कोई वरदी है, उदों अनोखी खेड़ वरदी है। फिर के अगे रखी है जित दिसै दरबार, जिदे नाल तेरा दरबार दिसे।
ਕਿਹੜੀ ਭੇਟਾ ਲੈ ਕੇ ਆਵਾਂ। ਦੂਜੀ ਗੱਲ, ਮੈਂ ਕਿਹੜੀ ਅਰਦਾਸ ਕਰਾਂ, ਕਿਹੜੇ ਸ਼ਬਦ ਵਰਤਾਂ। ਦੀਨ ਬੰਧੂ ਕਹਾਂ, ਪਤਿਤ ਪਾਵਨ ਕਹਾਂ, ਕਿਰਪਾ ਨਿਧਾਨ ਕਹਾਂ, ਰਹੀਮ ਕਹਾਂ, ਕਰੀਮ ਕਹਾਂ, ਕੀ ਬੋਲਾਂ। ਮੂੰਹ ਕੇ ਬੋਲਣ ਬੋਲੀਏ, ਜਿਤ ਸੁਣ ਧਰੇ ਪਿਆਰ। ਮੈਂ ਇਹ ਸ਼ਾਇਦ ਅਰਥ ਕੀਤੇ ਕੋਣ, ਪਹਿਲਾਂ ਮੈਂ ਰਿਪੀਟ ਫਿਰ ਗੱਲ ਕਰ ਲੱਗਾ, ਦੁਹਰਾਉਣ ਲੱਗਾ। ਗੁਰਮੁਖੋ ਇਸ ਪੌੜੀ ਵਿੱਚ ਬੜੀ ਅਚਰਜ ਗੱਲ ਕਰ ਦਿੱਤੀ ਮਹਾਰਾਜ ਨੇ। ਸਾਰੀ ਬਾਣੀ ਅਸੀਂ ਕਹਿੰਦੇ ਆ ਗੁਰੂ ਨੂੰ ਪਿਆਰ ਕਰੋ। ਹੁਣ ਇਹ ਸ਼ਬਦ ਪੜਿਆ, ਠਾਕੁਰ ਗਾਈਏ ਆਤਮ ਰੰਗ, ਜਾਂ ਕੋ ਹਰ ਰੰਗ ਲਾਗੋ ਇਸ ਯੁਗ ਮੈਂ। ਪਰ ਇੱਥੇ ਗੁਰਦੇਵ ਵੱਖਰੀ ਜੀ ਬਾਤ ਕਰ ਰਿਹਾ। ਬਾਣੀ 'ਚ ਇਹ ਹੁੰਦਾ, ਰੇ ਮਨ ਰਾਮ ਸਿਉ ਕਰ ਪ੍ਰੀਤ, ਐਸੀ ਪ੍ਰੀਤ ਕਰੋ ਮਨ ਮੇਰੇ, ਰੇ ਮਨ ਐਸੀ ਖਰ ਸਿਉ ਪ੍ਰੀਤ ਕਰ, ਜੈਸੀ ਜਲ ਕਮਲੇ। ਪਰ ਇੱਥੇ ਇਹ ਨਹੀਂ ਕਹਿ ਰਹੇ ਸੱਚੇ ਪਾਤਸ਼ਾਹ ਕਿ ਮਨਾ ਤੂੰ ਪਿਆਰ ਕਰ। ਇੱਥੇ ਅਦਭੁਤ ਗੱਲ ਕਹਿ ਰਿਹਾ, ਰੱਬ ਕਿਵੇਂ ਪਿਆਰ ਕਰੇ। ਫਿਰ ਸੁਣਿਓ, ਮਨ ਨੂੰ ਨਹੀਂ ਕਹਿ ਰਹੇ। ਮੂੰਹ ਕੇ ਬੋਲਣ ਬੋਲੀਏ, ਜਿਤ ਸੁਣ ਧਰੇ ਪਿਆਰ। ਉਹ ਪਿਆਰ ਕਰੇ, ਉਹ ਪਿਆਰ ਧਰੇ। ਤੇ ਮੈਂ ਇੱਥੇ ਬੇਨਤੀ ਕਰਾਂਗਾ, ਇਹਦੇ ਵਿੱਚ ਸਭ ਕੁਝ ਮੰਗ ਲਿਆ, ਕਿਉਂਕਿ ਅਸੀਂ ਪਿਆਰ ਕਰਨੇ ਆ। ਮੈਂ ਐਤਕੀ ਸੀਸਗੰਜ ਸਾਹਿਬ ਇੱਕ ਬੇਨਤੀ ਕੀਤੀ, ਮਹਾਰਾਜ ਦੇ ਸ਼ਹਾਦਤ ਵਾਲੇ ਦਿਨ ਬੱਚਾ ਪਿਤਾ ਦੀ ਉਂਗਲੀ ਪਕੜਦਾ ਹੈ। ਅਸੀਂ ਵੀ ਕਹਿੰਦੇ ਹਾਂ ਗੁਰੂ ਸਾਹਿਬ ਦੀ ਉਂਗਲੀ ਪਕੜੋ, ਵਰਤਿਆ ਜਾਂਦਾ ਹੈ। ਪਰ ਬੱਚੇ ਦੀ ਪਕੜ ਕਮਜ਼ੋਰ ਹੁੰਦੀ ਹੈ। ਉਹਦੀਆਂ ਉਂਗਲਾਂ 'ਚ, ਉਹਦੇ ਹੱਥ 'ਚ ਇੰਨੀ ਪਕੜ ਮਜ਼ਬੂਤ ਨਹੀਂ। ਕਈ ਵਾਰੀ ਝਟਕਾ ਲੱਗਦਾ, ਪਿੱਛੋਂ ਭੀੜ ਦਾ ਧੱਕਾ ਪੈਂਦਾ ਹੈ ਤੇ ਬੱਚੇ ਦੇ ਹੱਥ ਬਾਪੂ ਦੇ ਹੱਥ 'ਚੋਂ ਨਿਕਲ ਜਾਂਦਾ ਹੈ, ਕਿਉਂਕਿ ਉਹਦੀਆਂ ਉਂਗਲਾਂ ਕਮਜ਼ੋਰ, ਪਕੜ ਜ਼ਿਆਦਾ ਨਹੀਂ। ਇੱਕੋ ਦਮ ਹੱਥ ਛੁੱਟ ਜਾਂਦਾ ਹੈ। ਤੇ ਜੇ ਬਾਪੂ ਘੁੱਟ ਕੇ ਬਾਹ ਪਕੜ ਲੈ ਨਾ, ਚੇਤੇ ਰੱਖਿਓ ਫਿਰ ਧੱਕੇ ਵਿੱਚ ਵੀ ਕਦੀ ਛੱਡ ਨਹੀਂ ਦਿੰਦਾ। ਇਸੇ ਕਰਕੇ ਗੁਰਬਾਣੀ 'ਚ ਜਦੋਂ ਪਾਠ ਕਰਦੇ ਆ, ਬਹੁਤ ਥਾਵਾਂ ਤੇ ਗੁਰੂ ਜੀ ਨੂੰ ਕਿਹਾ ਬਾਹ ਪਕੜ ਲੈ। ਹਾਂ ਦੇਖੋ, ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕਿਹਾ, ਚਿਤ ਚਰਨ ਕਮਲ ਕਾ ਆਸਰਾ, ਚਿਤ ਚਰਨ ਕਮਲ ਸੰਗ ਜੋੜੀਐ, ਮਨ ਲੋਚੈ ਬੁਰਿਆਈਆ, ਗੁਰ ਸਬਦੀ ਇਹ ਮਨ ਹੋਰੀਐ, ਬਾਹ ਜਿਨ੍ਹਾਂ ਦੀ ਪਕੜੀਐ, ਸਿਰ ਦੀਜੈ ਬਾਹ ਨਾ ਛੋੜੀਐ। ਤੇਗ ਬਹਾਦਰ ਬੋਲਿਆ, ਧਰ ਪਈਐ ਧਰਮ ਨਾ ਛੋੜੀਐ। ਜਦੋਂ ਗੁਰੂ ਜੀ ਬਾਹ ਪਕੜ ਲੈਣ, ਮੈਂ ਇੱਕ ਉਦਾਹਰਨ ਹੋਰ ਦੇਣਾ। ਇੱਕ ਬਚਨ ਹੁੰਦਾ, ਭੁੱਲੇ ਮਾਰਗ ਜਿਹਨੇ ਬਤਾਇਆ, ਉਹਦੇ ਵਿੱਚ ਇੱਕ ਤੁਕ ਹੈ, ਅਗਨ ਸਾਗਰ ਬੂਢਤ ਸੰਸਾਰਾ, ਨਾਨਕ ਬਾਹ ਪਕੜ ਸਤਿਗੁਰ ਨਿਸਤਾਰਾ। ਜਦੋਂ ਗੁਰੂ ਜੀ ਪਕੜਦੇ ਆ, ਇਹੀ ਕਾਰਨ ਜਦੋਂ ਭਾਈ ਸਾਹਿਬ ਭਾਈ ਮਰਦਾਨਾ ਜੀ ਇੱਕ ਜਗ੍ਹਾ ਤੇ ਨਾ ਜੀ, ਇਹ ਰੋਸ ਤਾਂ ਬੜੀ ਵਾਰੀ ਪੈਂਦੇ ਸਨ ਨਾ, ਤੇ ਗੁਰਮੁਖੋ ਉਹਨਾਂ ਦਾ ਰੋਸਾ ਦਵੈਸ਼ ਵਾਲਾ ਮੈਲਾ ਰੋਸਾ ਨਹੀਂ ਸੀ। ਉਹਨਾਂ ਦੇ ਰੋਸੇ ਵਿੱਚ ਲਾਡ ਸੀ, ਮੁਹੱਬਤ ਸੀ। ਉਹ ਰੁੱਸ ਗਏ ਤੇ ਭਾਈ ਸਾਹਿਬ ਭਾਈ ਬਾਲਾ ਜੀ ਨੇ, ਮਹਾਰਾਜ ਜੀ ਜਦੋਂ ਇਹਨਾਂ ਨੂੰ ਪਕੜ ਲਿਆ ਕੌਡੇ ਨੇ, ਉਹ ਬੇਨਤੀਆਂ ਕਰਨ ਲੱਗੇ, ਅਰਦਾਸਾਂ ਕਰਨ ਲੱਗੇ। ਭਾਈ ਬਾਲਾ ਸਾਹਿਬ ਜੀ ਕਹਿੰਦੇ, ਮਹਾਰਾਜ ਰਹਿਣ ਦਿਓ, ਇਹ ਘੜੀ ਪਿੱਛੋਂ ਰੁੱਸ ਜਾਂਦਾ ਹੈ, ਘੜੀ ਪਿੱਛੋਂ ਜਾਣ ਦੀ ਗੱਲ ਕਰਦਾ ਹੈ। ਮਹਾਰਾਜ ਨੇ ਉੱਥੇ ਬਚਨ ਕਹੇ, ਸੁਣਨ ਵਾਲੇ ਨੇ ਕਹਿਣ ਲੱਗੇ, ਬਾਲਾ ਜਿਹਦੀ ਮੈਂ ਇੱਕ ਵਾਰੀ ਬਾਹ ਪਕੜ ਲਾਣਾ, ਉਹ ਰੁੱਸ ਵੀ ਜਾਏ, ਮੈਂ ਰੁੱਸਣ ਤੋਂ ਬਾਅਦ ਵੀ ਕਦੀ ਛੱਡਦਾ ਨਹੀਂ ਹੁੰਦਾ। ਉਹ ਮੇਰਾ ਹੈ, ਉਹ ਮੇਰਾ ਹੈ। ਭਾਈ ਸੰਤੋਖ ਸਿੰਘ ਨੇ ਲਿਖਿਆ, ਬਾਲਾ ਭੁਜਾ ਗਏ ਕੀ ਲਾਜਾ, ਬਾਹ ਪਕੜਨ ਦੀ ਲੱਜਿਆ ਰੱਖਣੀ ਪੈਣੀ ਹੈ। ਬਾਲਾ ਭੁਜਾ ਗਏ ਕੀ ਲਾਜਾ, ਪੁਨ ਆਪਣਾ ਹੈ ਉਸ ਸੰਗ ਕਾਜਾ, ਨਿਤਾ ਪ੍ਰਤੀ ਰਬਾਬ ਜਾਵੇ, ਕਰ ਸੰਗੀਤ ਉਹ ਮੋਹ ਰਜਾਵੇ। ਉਹ ਮੈਨੂੰ ਕੀਰਤਨ ਕਰਕੇ ਰੋਜ਼ ਪ੍ਰਸ਼ਾਦ ਛਕਾਉਂਦਾ ਹੈ, ਆਤਮਕ ਭੋਜਨ ਦਿੰਦਾ ਹੈ। ਮੈਂ ਆਪ ਨੂੰ ਬੇਨਤੀ ਕਰਾਂ, ਇੱਥੇ ਵੀ ਜਿਤ ਸੁਣ ਧਰੇ ਪਿਆਰ। ਫਿਰ ਮੇਰੀ ਗੱਲ ਮੈਂ ਰਿਪੀਟ ਕਰ ਲਗਾਵਾਂ, ਕਿਉਂਕਿ ਤੁਸੀਂ ਪੌੜੀ ਆਪਾਂ ਰੋਜ਼ ਪੜ੍ਹਨੇ। ਕੀ ਬੋਲੀਏ ਤੇ ਕੀ ਭੇਟਾ ਦਈਏ? ਸਿੱਧੀ ਗੱਲ ਸਭ ਨੂੰ ਪੁੱਛਣਾ, ਗੁਰੂ ਜੀ ਕਿਵੇਂ ਰੀਝਣਗੇ? ਕਿਹੜੀ ਚੀਜ਼ ਗੁਰੂ ਅੱਗੇ ਭੇਟ ਕਰੀਏ? ਗੁਰੂ ਨਾਨਕ ਸਾਹਿਬ ਤੋਂ ਕੁਰਬਾਨ ਜਾਈਏ। ਉਹਨਾਂ ਚੌਥੀ ਪੌੜੀ 'ਚ ਕਹਿ ਦਿੱਤਾ, ਆ ਮੈਂ ਤੈਨੂੰ ਦੱਸਾਂ ਕੀ ਭੇਟਾ ਤੇ ਕੀ ਬੋਲ ਬੋਲਣਾ ਹੈ। ਮਹਾਰਾਜ ਕਹਿੰਦੇ ਨੇ, ਮੂੰਹ ਕੇ ਬੋਲਣ ਬੋਲੀਏ, ਜਿਤ ਸੁਣ ਧਰੇ ਪਿਆਰ। ਹਾਂ, ਆ ਭੇਟਾ ਦੇ ਅੰਮ੍ਰਿਤ ਵੇਲਾ ਠਾਕੁਰ ਗਾਈਏ ਆਤਮ ਰੰਗ। ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਅੰਮ੍ਰਿਤ ਵੇਲੇ ਉੱਠ ਕੇ ਸੱਚੇ ਪਰਮਾਤਮਾ ਦੀਆਂ ਸਿਫਤਾਂ ਕਰ, ਉਹਦੀ ਕੀਰਤੀ ਕਰ, ਉਹਦੀ ਬੰਦਗੀ ਕਰ। ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ, ਕਰਮੀ ਆਵੇ ਕਪੜਾ ਨਦਰੀ ਮੋਖ ਦਵਾਰ। ਜੇ ਤੂੰ ਕਹੇ ਮੈਂ ਬੰਦਗੀ ਨਹੀਂ ਕਰਦਾ, ਕਰਮ ਮੇਰੇ ਚੰਗੇ ਨੇ, ਆ ਵੀ ਹੈ ਨਾ ਜੀ, ਜਦੋਂ ਕਰਮੀ ਚੰਗੇ ਨੇ, ਚੰਗੇ ਕੰਮ ਕਰੋ ਜੀ, ਬੰਦਗੀ ਦੀ ਕੀ ਲੋੜ? ਹਾਲਾਂਕਿ ਗੁਰੂ ਸਾਹਿਬ ਨੇ ਜਿੱਥੇ ਨਿਰਮਲ ਕਰਮ ਕਿਹਾ, ਉੱਥੇ ਬੰਦਗੀ ਕਹੀ
क्योंकि बंदगी करन तो बिना निर्मल कर्म भी नहीं आउंदे हुंदे। सर्व धर्म में श्रेष्ठ धर्म हर को नाम जप। पहला जप है, पहला निर्मल कर्म है, पहला जप है, फिर लब सुनियो कर्मी आवे कपड़ा। जे तू चंगे कर्म कर रहा है, तेरे कर्मा करके तेनू शरीर कपड़ा दोबारा मिल जाएगा। कर्म गलत नहीं जाणगे, कर्मा करके शरीर कपड़ा मिलेगा। जे तू मुक्ति दे बूवे नू लंघना चाहना है ते ओदे वास्ते नदर बहुत जरूरी है। ते नदर ओनू मिलदी जिहड़ा अमृत वेले सच नाम दी वडियाई विचार करदा। कर्मी आवे कपड़ा नदरी मोख द्वार, नानक एवै जाणिए सब आपे सचियार। मैं फिर बेनती करांगा, प्रेम लई भी बेनती करिए। अपने आप प्रेम थोड़ा पैदा हो जाता जी। देखो जिदन अंदर बैराग च हुंदा है, वो जपजी साहब दे पवित्र बचन तां ही ने, जाप साहब भी वो है, सुखमनी साहब भी वो ने। जिदन अंदर प्रेम च भिजा हुंदा है ना, एक एक तुक सानू रोक के गल्लां करदी है। जिदन अंदर सुक्या हुंदा है, पता ही नहीं लगदा नीम किस वेले निभा दिता है। हुंदा है कुछ। महाराज कहते प्रीत, हाँ केड़ा बंदा जिन्हों प्रीत नहीं। सतगुरु ने कहा प्रीत प्रीत गुरिया मोहन लालना। प्रीत अनेकां तरह दी है, पर रब तो वड्डी प्रीत होर कोई भी नहीं। महाराज जी ने कहा भी ओनू गा, ओनू प्यार कर, प्यार विच भिज के ओनू पुकार। इत्थे मैं एक बेनती जिहड़ी कर लगा भी प्रेम च भिजेगा ते आत्म जिणै। हुण सूरा क्या है ना, उंज सूरियां दे कई कैटागरियां ने। मैं जदों पढ़ रहा सा, एक हुंदा सूरमा, एक हुंदा रथी, एक हुंदा महारथी। लवी वर्द बड़ा महारथी है, ये दर्जा बदर्जा ने जी। सूरमा, रथी, महारथी, अतरथी, चार ने। सूरमा ओनू कहंदे आ जे बाहर मुखी अर्थ करो। श्रीमान भाई कान सिंह नाभा ने भी कीते। सूरमा ओ जे चलो बाणी ने तां डिक्शनरी वाले अर्थ नहीं करने, कोश तुहाडी मदद कर सकदा अर्थ उर्थ लभण च, पर गुरु ग्रंथ साहिब जी दी अपनी ही बख्शिश है। सूरमा ओ जिहड़ा कल्ले नू कल्ला पए, जो पुराने लोक अर्थ करदे सन। रथी दा अर्थ सूरमा, रथी जिहड़ा कल्ला 1000 नू फटकाले, महारथी जिहड़ा 10,000 नाल करे, ते अतरथी जिहड़ा अणगिणत मुकाबला कल्ले ही कर जाए। ते मेरे मन च आए इत्थे जिन्ने भी जूझे सारे अतरथी सन। याद रखियो 40 अतरथी सन, कल्ले नू कल्ला नहीं, इत्थे अणगिणत ने। मैं अगे जिक्र करना इस चीज का। हुण उस अंदर नू किवें जित्या जाए। मेरा तुहाडा जिन्ने भी आपां बैठे आ, गुरु साहब जी ने जोगियां नू क्या आई पंथी सगल जमाती, क्योंकि इन्हां दे 12 फिरके ना जोगियां दे, ते जिहड़ा आई पंथी ये सब तो श्रेष्ठ है। 12 पंथां विचों आई पंथी सब तो श्रेष्ठ है। आई पंथी सगल जमाती, सारी मानवता नू एक जमात समझ। तू एवें आई पंथी दे हंकार च ना तुरिया फिर। आई पंथी सगल जमाती, मन जीता जग जीत, आत्म जिणे। जिन्हें मन नू जित लिया उन्हें जगत नू जित लिया। ये कल्ले सतगुरु नहीं, हर बाणी कर इथों तक बाबा फरीद साहब कहते हैं आप सवार है आत्म जिणे, आप सवार है मैं मिले। ये परमेश्वर दे मुख चो शब्द खुदा दे मुंह चो कढ़ा रहे हैं कि वह गुरु खुदा कह रहा तू अपने आप नू जित, अपने आप नू सवार। मैं तेनू मिलांगा, जिदन मैं तेनू मिल गया सारी दुनिया तेरी हो जाए। आप सवार है मैं मिले, मैं मिलिया सुख होए फरीदा। जे तू मेरा होए रहे सब जग तेरा होए। इनू बाबा कबीर साहब ने क्या बाणी च मन जितन ली। कंचन स्यो पाईए नहीं तोल, मन दे राम लिया है मोल। थोड़ी जी मैं बेनती करनी, आत्म जिणै दा मतलब की है। एक शब्द दास पढ़ेगा, उन जो शब्द दी मैं अर्ज की। कथा बड़ी महंगी है, क्योंकि साडे गुरमत विच असीं औखी नहीं कहंदे। ये सारे गुरमुखों नोट करियो कदी भी, क्योंकि अजकल न्याणिਆਂ ਨੂੰ पुरानी शब्दावली नहीं पता। जो पुरानियां संप्रदावां च वरतींदी हुंदी जे वरदे ਨੂੰ पता है। कदी भी बाणी ਨੂੰ औखा शब्द नहीं वरतना। जे बाणी औखी है ना, ते औखी घड़ी तो किन्ने बचाना है। बाणी महंगी हुंदी है। हुण एक शब्द है मैं पढ़ देना, अर्थ असी कर लांगे उहदे थोड़े जे। आत्म जिणे दा अर्थ की है, ओदा मत एक शब्द है क्यों लीजै गड बंका भाई, दोवर कोट अर तेवर खाई। 5-25 महामद मदसर आदि परबल माया, जन गरीब को जोर न पहुंचे कहाँ करूं रघुराया।
काम किवारी, दुख सुख दरवानी, पाप पुण्य दरवाजा, क्रोध प्रधान महा बड़दुंदर, तह मन मावासी राजा, स्वाद सना टोप ममता को, कुबुद्ध कमान चढ़ाई, तृष्णा तीर रहे घट पीतर, यूं गढ़ लियो न जाई, प्रेम पलीता सुरता वाई, गोला ज्ञान चलाया, ब्रह्म अगन सहजे परजाली, एकै चोट सजाया, सत संतोख लै लरने लागा, तोरे दोए दरवाजा, साध संगतर गुर की कृपा ते पकड़ियो गढ़ को राजा। ये मैं गुरु ग्रंथ साहिब च बोलिया, याद रखियो, मेरे हाथ जोड़ के बेनती है। देखो पिछले जो आया करोना ते बैठे भाई परमजीत, साडा मन च आया भी संगत की सेवा करो, चलो असी कथा कर दे। तो मेरी इच्छा सी कि वध तो वध सतगुरु के शब्दों की सांझ पाई जाए। गुरमुखो याद रखियो, जिदन गुरु ग्रंथ साहिब नाल गल्लां करन लग पोगे ना, उदन शब्द की कथा का रस ही कुछ होर हो जाएगा। जो गुरु ग्रंथ साहिब महाराज कहते ने, फिर बेनती, पकड़ियो गढ़ को राजा, भगवत भीर सख्त सिमरन की, कली कटी काल पै फांसी, दास कमीर चढ़ियो गढ़ ऊपर, राज लियो अविनाशी। ये शब्द दे मैं सिर्फ अखरी अर्थ करने ने, क्योंकि साडी इच्छा सी भी कोई ना कोई शब्द संगत नाल हर साल अर्थां दे रूप साझा किया जाए। ते मेरी इच्छा सी आत्म जिणे की है। कबीर साहब ने कमाल दा अलंकार जी, समझो भी गढ़ी नाल मिलदी जुलदी गल है, समझो किले नाल मिलदी जुलदी गल है, पर वो दूसरे भावां च है। कहंदे ने, क्यों लीजै गढ़ बंका भाई, बंका दा अर्थ है टेढ़ा, गढ़ दा अर्थ है किला। क्यों लीजै, किवें काबू करा इनू, क्यों लीजै गढ़ बंका भाई, जेड़ा औखा किला है मेरे वीर, मैनू भरावो दसो मैं किवें काबू करा जिथे मन रहिंदा पिया। क्यों लीजै गढ़ बंका भाई, दोवर कोट अर तेवर खाई। दोवर कोट दा अर्थ दोहरी फसील है दे चार चुफेरे किले दे। इत्थे दोवर दा अर्थ करांगे राग ते द्वेष। ध्यान रखियो, गल सारी मन दी है। जिस मन च राग ते द्वेष है, राग दा संबंध खित मोह नाल है ते द्वेष दा संबंध ईर्खा नाल है। महाराज कहते किवें काबू करा, जिथे ए बैठा उस किले दे दुआले जिहड़ी दोहरी दीवार है ना, वो राग ते द्वेष दी है, एवें काबू आ जाऊगा। फिर बेनती है, दोवर कोट अर तेवर खाई। पुराने समय किलियां दे चार चुफेरे खाइयां पट के पानी भर देंदे सन। ते महाराज कहन लगे, जिथे मनवा रहिंदा है ना, इस किले दे विच राग ते द्वेष दीयां दीवारां ने, माया दे 3 गुणां दी खाई पट के सारे अवगुणां दा पानी विच भरिया, मैं काबू किथे करांगा। क्यों लीजै गढ़ बंका भाई, दोवर कोट अर तेवर खाई। अगे है 5 25, ये गिनती है। 5 तत्त ने, 5 तत्तां दियां 5 प्रकृतियां ने, मैं ओदी डिटेल च नहीं जाना। 5 25 मोह मद मत सर। मोह मद अर्थ अहंकार, मत सदा अर्थ ईर्खा। 5 25 मोह मद मद सर आडी। आडी दा लफ्जी अर्थ आड़ लैनी। कहंदे ए मन नूं काबू किथे करांगा। 25 प्रकृतियां, 5 तत्त, 5 वकार, हंकार, मोह ते ईर्खा, ए बना के समझो भी ओट लैके एदे पिछे लोके मेरे ते वार करदा, इहनूं मैं काबू किथे करना। इन्हें इस ढंग दे नाल ये बनाए हुए ने, बंकर बनाया हुआ। आडी परबल माया, जन कबीर को जोर ना पहुंचे। अपने लफ्ज वरत्या, दास करीब कबीर च ताकत नहीं आत्म जित सके। जन कबीर को जोर ना पहुंचे, कहां करूं रघु राया। हे परमात्मा मैनू दस मैं की करा, मेरा अपना मन ही काबू नहीं आउंदा पिया। राग द्वेष ईर्खा मोह मत्सर सब कुछ है, कहां करूं रगाया। अगली गल, सूरमे ना तुसीं देखोगे जो लड़ते ने वो संजोग आंदे सन। पुराने समय लोहे की जिहड़ी वर्दी हुंदी सी, कहन लगे जिहड़ी अजीब दे चस्के ने ना, ये मन जिहड़ा संजोग पा के बैठा, इत्थों तक बाणी जान ही नहीं दिंदा। ये स्वाद च इन्ना मस्त है, चस्कियां च इहदे स्वाद दा इन्ने पाया होया संजोग। ते सिर उत्ते सट नहीं वजन दिंदा मन, अलंकार ना उत्ते इन्ने ममता दा टोप पाया है, जिन्ना मर्जी बोली जो ते असर ही कोई नहीं हुंदा। स्वाद सना टोप ममता को, कुबुद्ध कमान चढ़ाई। भैड़ी बुद्धि दी कमान लई बैठा है।
ਤੇ ਇਸ ਕਮਾਨ ਵਿੱਚ ਜਿਹੜੇ ਭੈੜੀ ਬੁੱਧੀ ਦੀ ਕਮਾਨ 'ਚ ਤੀਰ ਚੱਲਦੇ ਨੇ, ਉਹ ਤ੍ਰਿਸ਼ਨਾ ਦੀਆਂ ਕਾਨੀਆਂ ਨੇ। ਮੈਂ ਸਿਰਫ ਅਖਰੀ ਅਰਥ ਕਰ ਰਿਹਾ। ਸਵਾਦ ਸੁਨਾ ਟੋਪ ਮਮਤਾ ਕੋ, ਕਬੁੱਧ ਕਮਾਨ ਚੜਾਈ, ਤ੍ਰਿਸ਼ਨਾ ਤੀਰ ਰਹੇ ਘਟ ਭੀਤਰ, ਇਉਂ ਗੱਡ ਲਿਓ ਨਾ ਜਾਈ। ਕਹਿੰਦੇ ਵਾਹਿਗੁਰੂ ਕਿਵੇਂ ਕਰਾਂ, ਮੈਨੂੰ ਤਾਂ ਕਿਲੇ ਦੇ ਨੇੜੇ ਨਹੀਂ ਫਟਕਣ ਦਿੰਦਾ। ਹੁਣ ਅਗਲੀ ਗੱਲ ਉਹਨਾਂ ਹੋਰ ਕੀ, ਕਹਿੰਦੇ ਦਰਵਾਜ਼ੇ ਦੇ ਨੇੜੇ ਜਾਣਾ, ਤੇ ਜਿਹੜਾ ਦਰਵਾਜ਼ਾ ਜਿਹਦੇ ਇਸ਼ਾਰਿਆਂ ਨਾਲ ਖੁੱਲਦਾ ਉਹ ਕਾਮ ਹੈ, ਕਾਮ ਕਿਵਾਰੀ, ਉਹ ਇਸ਼ਾਰੇ ਕਰਦਾ ਤੇ ਅੱਖਾਂ ਖੁੱਲਦੀਆਂ ਨੇ, ਉਹ ਇਸ਼ਾਰੇ ਕਰਦਾ, ਮੂੰਹ ਖੁੱਲਦਾ। ਕਾਮ ਕਿਵਾਰੀ ਦੁੱਖ ਸੁੱਖ ਦਰਬਾਨੀ, ਦੁੱਖ ਸੁੱਖ ਦਰਬਾਨੀ ਦਰ ਤੇ ਦਰਬਾਨ ਨੇ। ਕਦੀ ਦੁੱਖ ਆ ਕੇ ਮਨ ਨੂੰ ਘੇਰਦਾ, ਕਦੀ ਸੁੱਖ ਘੇਰਦਾ, ਮੈਨੂੰ ਨੇੜੇ ਨਹੀਂ ਲੱਗਣ ਦਿੰਦੇ। ਦੁੱਖ ਸੁੱਖ ਦਰਬਾਨੀ, ਪਾਪ ਪੁੰਨ ਦਰਵਾਜ਼ਾ, ਇਹ ਜੇ ਸਹੀ ਤਰੀਕੇ ਨਾਲ ਖੋਲੇ ਤੇ ਪੁੰਨ ਵੀ ਹੋ ਜਾਂਦਾ ਹੈ, ਜੇ ਮਾੜਿਆਂ ਲਈ ਖੋਲਦਾ ਤੇ ਇਹ ਪਾਪ ਵੀ ਬਣ ਜਾਂਦਾ। ਦਰਵਾਜ਼ਾ ਨਹੀਂ ਖੋਲਣ ਦਿੰਦਾ। ਪਾਪ ਪੁੰਨ ਦਰਵਾਜ਼ਾ, ਕ੍ਰੋਧ ਪ੍ਰਧਾਨ ਤਾਹਾਂ ਮਾਂ ਬਣਦੁੰਦਰ, ਉੱਥੇ ਕ੍ਰੋਧ ਜਿਹੜਾ ਦਵੰਦ ਉੱਥੇ ਬੈਠਾ ਹੋਇਆ ਹੈ। ਮਨ ਮਾਂ ਵਾਸੀ ਰਾਜਾ, ਇਹ ਮਨ ਆਕੀ ਹੋ ਗਿਆ, ਕਾਬੂ ਨਹੀਂ ਆਉਂਦਾ। ਮੈਂ ਸਰਲ ਜੀ ਗੱਲ ਕਹੀ ਜੀ, ਇਹਦੇ ਅਰਥ ਇਹ ਨੇ ਕਿ ਅੰਦਰ ਈਰਖਾ ਹੈ, ਅੰਦਰ ਦਵੈਸ਼ ਹੈ, ਅੰਦਰ ਖੰਕਾਰ ਹੈ, ਅੰਦਰ ਲਾਲਚ ਹੈ, ਅੰਦਰ ਸਵਾਦ ਹੈ, ਅੰਦਰ ਤ੍ਰਿਸ਼ਨਾ ਹੈ, ਅੰਦਰ ਭੈੜੀ ਬੁੱਧੀ ਹੈ। ਤੇ ਮਹਾਰਾਜ ਕਹਿੰਦੇ ਖੰਕਾਰੀ ਇੰਨਾ ਆਕੀ ਹੋ ਕੇ ਕਹਿੰਦਾ ਮੈਂ ਨਹੀਂ ਮੰਨਦਾ ਗੁਰੂ ਦੀ ਗੱਲ, ਮੇਰੇ ਮੁਤਾਬਕ ਇਹ ਹੋਣਾ ਚਾਹੀਦਾ। ਹੁਣ ਅੱਗੇ ਫਿਰ ਕਬੀਰ ਸਾਹਿਬ ਕਹਿੰਦੇ ਜਿੱਤਿਆ ਜਾ ਸਕਦਾ। ਹੁਣ ਦੂਜਾ ਪੱਖ ਸੁਣਿਓ, ਤੈ ਮਨ ਮਾ ਵਾਸੀ ਰਾਜਾ। ਅੱਗੇ ਕਹਿੰਦੇ ਪ੍ਰੇਮ ਪਲੀਤਾ ਠਾਕੁਰ ਗਾਈਐ ਆਤਮ ਰੰਗ। ਪੁਰਾਣੇ ਸਮੇਂ ਪਹਿਲਾਂ ਤੋਪਾਂ ਨਾਲ ਵਾਰ ਕਰਦੇ ਸਨ ਤੇ ਤੁਰ ਕੇ ਬਾਅਦ ਚ ਜਾਂਦੇ ਸਨ, ਜਿਵੇਂ ਅੱਜ ਕੱਲ੍ਹ ਹਵਾਈ ਰਹੀ ਕਰਦੇ ਨੇ, ਜਾ ਰਹੀ। ਪ੍ਰੇਮ ਦਾ ਪਲੀਤਾ ਲੈ, ਜਿਹੜਾ ਤੋਪ ਜਿਹਦੇ ਨਾਲ ਦਾਗੀ ਦੀ ਹੈ, ਪ੍ਰੇਮ ਪਲੀਤਾ। ਸੁਰਤ ਹਵਾਈ, ਆ ਅੰਦਰ ਦੀ ਸੁਰਤ ਤੋਪ ਮਜ਼ਾਇਲ ਹੈ, ਇਹਦੇ ਵਿੱਚ ਗੁਰੂ ਦੇ ਸ਼ਬਦ ਦਾ ਗਿਆਨ ਪਾ। ਜਿੱਦਨ ਇਹ ਮਸਾਲਾ ਪਾ ਲੈਂਗਾ ਨਾ ਸੁਰਤ ਵਿੱਚ, ਤੇ ਪ੍ਰੇਮ ਨਾਲ ਤੂੰ ਦਾਗ ਦੇਂਗਾ, ਦੇਖੀ ਕਿਲੇ ਦੀਆਂ ਦਰਵਾਜ਼ਾ ਕਿਵੇਂ ਉਡਾਉਂਦਾ ਹੈ। ਪ੍ਰੇਮ ਪਲੀਤਾ, ਸੁਰਤ ਹਵਾਈ, ਗੋਲਾ ਗਿਆਨ ਚਲਾਇਆ। ਅੱਗੇ ਕਹਿੰਦੇ ਬ੍ਰਹਮ ਅਗਨ, ਉੱਥੇ ਦੁਨੀਆ ਦੀ ਅੱਗ ਨਹੀਂ, ਬ੍ਰਹਮ ਦੀ ਅਗਰ, ਬ੍ਰਹਮ ਦੀ ਅਵਸਥਾ। ਬ੍ਰਹਮ ਅਗਨ ਸਹਿਜੇ ਪਰਜਾਲੀ ਏਕੈ, ਚੋਟ ਸਜਾਇਆ। ਇੱਕ ਚੋਟ ਨਾਲ ਸਾਰਾ ਕਿਲਾ ਉਹਨੇ ਨੇਸਤੋ ਨਬੂਦ ਕਰ ਦਿੱਤਾ। ਸਤ ਸੰਤੋਖ ਲੈ ਲਰਨੇ ਲਾਗਾ, ਜਦੋਂ ਉਹਨੂੰ ਪ੍ਰੇਮ ਚ ਗਾਇਆ, ਸਤ ਤੇ ਸੰਤੋਖ ਅੰਦਰ ਦੈਵੀ ਗੁਣ ਆ ਗਏ। ਸਤ ਸੰਤੋਖ ਲੈ ਲਰਨੇ ਲਾਗਾ, ਤੋਰੇ ਦੋਏ ਦਰਵਾਜ਼ਾ, ਸਾਧ ਸੰਗਤਰ ਗੁਰ ਕੀ ਕਿਰਪਾ ਤੇ ਪਕੜਿਓ ਗੜ ਕੋ ਰਾਜਾ। ਇੱਕ ਸਾਧ ਸੰਗਤ, ਦੂਜੀ ਗੁਰੂ ਦੀ ਕਿਰਪਾ ਨਾਲ ਇਸ ਮਨ ਨੂੰ ਕਾਬੂ ਕਰ ਲਿਆ। ਅਗਲਾ ਸ਼ਬਦ ਹੈ ਭਗਵਤ ਭੀੜ। ਇਹਦਾ ਅਰਥ ਹੋ ਗਿਆ ਭਗਵਤ ਦੀ ਭੀੜ, ਸੰਗਤ ਦੀ ਭੀੜ। ਸ਼ਕਤ ਸਿਮਰਨ ਕੀ ਕਟੀ ਕਾਲ ਪੈ ਫਾਸੀ, ਦਾਸ ਕਮੀਰ ਚੜਿਓ ਗੜ ਉੱਪਰ ਰਾਜ ਲਿਓ ਬਨਾਸ਼ੀ। ਮੈਂ ਆਪ ਨੂੰ ਤਾਂ ਥੋੜਾ ਜਿਹਾ ਅੱਜ ਇਹ ਸ਼ਬਦ ਦਾ ਬੜਾ ਸੰਖੇਪ ਜਿਹਾ ਹਵਾਲਾ ਦਿੱਤਾ। ਗੁਰਮੁਖੋ ਯਾਦ ਰੱਖਿਓ, ਅੰਦਰ ਨੂੰ ਜਿੱਤਣ ਵਾਸਤੇ ਰੱਬ ਦੀ ਕਿਰਪਾ, ਗੁਰੂ ਦੇ ਸ਼ਬਦ ਦੀ ਕਮਾਈ ਤੋਂ ਬਿਨਾ ਅੰਦਰ ਨਹੀਂ ਜਿੱਤਿਆ ਜਾਂਦਾ। ਮਹਾਰਾਜ ਕਹਿੰਦੇ ਸੂਰਮਾ ਉਹ ਜਿਹੜਾ ਮਨ ਜਿੱਤ ਗਿਆ। ਜਿਹੜਾ ਮਨ ਨਾ ਜਿੱਤ ਸਕਿਆ, ਸਾਡਾ ਇੱਕ ਵਿਦਾਂਤ ਦਾ ਗ੍ਰੰਥ ਸੀ, ਉਹਦੇ ਚ 2 ਸਤਰਾਂ ਨੇ, ਮਨ ਰਿਪ ਜੀਤੇ ਸਭ ਰਿਪ ਜੀਤੇ। ਰਿਪ ਦਾ ਅਰਥ ਹੁੰਦਾ ਹੈ ਦੁਸ਼ਮਣ। ਮਨ ਦੁਸ਼ਮਣ ਜਿਉਂਦਾ ਹੈ ਤੇ ਸਾਰੇ ਦੁਸ਼ਮਣ ਜਿਉਂਦੇ ਨੇ। ਮਨ ਰਿਪ ਜੀਤੇ, ਜਿਹਨੇ ਮਨ ਦੁਸ਼ਮਣ ਨੂੰ ਜਿੱਤ ਲਿਆ, ਚੇਤੇ ਰੱਖਿਓ ਸਭ ਰਿਪ ਜੀਤੇ, ਉਹਨੇ ਸਾਰੇ ਦੁਸ਼ਮਣਾਂ ਨੂੰ ਜਿੱਤ ਲਿਆ। ਮੈਂ ਆਪ ਨੂੰ ਬੇਨਤੀ ਕਰਾਂਗਾ, ਸੂਰਮਾ ਉਹ ਜਿਹਨੇ ਅੰਦਰ ਨੂੰ ਜਿੱਤਿਆ। ਥੋੜਾ ਜਿਹਾ ਹੁਣ ਦੂਜਾ ਪੱਖ ਆਪਾਂ ਲੈ ਕੇ ਚੱਲਣਾ ਨਾਲ। ਜਿਹੜਾ ਅੰਦਰ ਨੂੰ ਜਿੱਤਦਾ ਹੈ, ਕੁਰਬਾਨੀ ਦਾ ਜਜ਼ਬਾ ਉਹਦੇ ਚ ਪੈਦਾ ਹੁੰਦਾ ਹੈ। ਕੱਲ ਵੀ ਅਸੀਂ ਗੱਲ ਕਰ ਰਹੇ, ਚਾਵਲਾ ਸਾਹਿਬ ਬੈਠੇ ਆ, ਕਿ ਸਿੱਖੀ ਦੀ ਬੁਨਿਆਦ ਇਬਾਦਤ ਹੈ, ਇਹਨੂੰ ਨਾ ਭੁੱਲਿਓ। ਸਿੱਖੀ ਦੀ ਬੁਨਿਆਦ ਗੁਰਬਾਣੀ ਹੈ, ਇਹਨੂੰ ਨਹੀਂ ਭੁੱਲਣਾ। ਜਿਹਦੀ ਬੁਨਿਆਦ ਇਬਾਦਤ ਹੈ, ਉਹਦਾ ਹੀ ਕਲਸ਼ ਸ਼ਹਾਦਤ ਦਾ ਬਣਦਾ ਹੈ। ਜਿਹਦੀ ਬੁਨਿਆਦ ਗੁਰਬਾਣੀ ਹੈ, ਉਹ ਹੀ ਸਿਰ ਤਲੀ ਤੇ ਰੱਖ ਕੇ ਕੁਰਬਾਨੀ ਵਾਲੇ ਪਾਸੇ ਚੱਲਦਾ ਹੈ। ਸਤਿਗੁਰਾਂ ਨੇ ਤੇ ਇੱਥੋਂ ਤੱਕ ਜੀ, ਅਨਮਤ ਵਾਲੇ ਜਿਹੜੇ ਪ੍ਰੇਮ ਚ ਭਿੱਜੇ ਨਹੀਂ ਪਰ ਹੱਠ ਕਰਕੇ ਕਰਾਮਾਤੀ ਨੇ। ਗੁਰੂ ਗੋਬਿੰਦ ਸਿੰਘ ਤਾਂ ਉਹਨੂੰ ਵੀ ਕਹਿੰਦੇ ਹੋ, ਪ੍ਰੇਮ ਤੋਂ ਬਿਨਾ ਤੁਹਾਡੀ ਰਤੀ ਜਿੰਨੀ ਕੀਮਤ ਨਹੀਂ। ਆਪ ਜੀ ਨਿਤਨੇਮ ਚ ਪੜ੍ਹਦੇ ਹੋ, ਸ਼ਰਾਬਕ ਸੁਧ ਸਮੂਹ ਸਿਧਾਨ ਕੇ, ਦੇਖ ਫਿਰਿਓ ਕਰ ਜੋਗ ਜਤੀ ਕੇ, ਸੂਰ ਸੁਰਾਰਦਨ ਸੁਧ ਸੁਧਾਦਕ ਸੰਤ ਸਮੂਹ ਅਨੇਕ ਮਤੀ ਕੇ, सारे देश को देख रहे हो मत को न देखियत प्राणपति के, श्री भगवान की पाए कृपा हूते एक रति बिन एक रति के।
ਆਪ ਜੀ ਨੇ ਨਾਲ ਪੜਿਆ ਸਾਰਿਆਂ ਨੇ। ਇਹ ਪਹਿਲਾ ਸਵਈਆ ਹੈ ਨਾ ਮਹਾਰਾਜ ਦਾ ਨਿਤਨੇਮ ਦਾ। ਹੁਣ ਥੋੜੇ ਜਿਹੇ ਦੇ ਅੱਖਰੀ ਅਰਥ ਸੁਣ ਲਿਓ ਪਲੀਜ਼। ਸਰਾਵਗ, ਇਹਦੇ ਵਿੱਚ ਆਉਂਦੇ ਨੇ ਜੈਨੀ ਸਰੇਵੜੇ ਤੇ ਬੋਧੀ ਭਿਕਸ਼ੂ। ਅਸਲ 'ਚ ਲਫ਼ਜ਼ ਹੈ ਸ਼ਰਾਵਕ, ਪਰ ਹਜ਼ੂਰ ਨੇ ਜਦੋਂ ਵਰਤਿਆ ਸਰਾਵਗ। ਮੈਂ ਤਾਂ ਵੀ ਚਲੋ ਰੋਜ਼ ਪੜ੍ਹਨੇ ਆ ਵੀ ਅਰਥ ਇੰਟਰਸਟ ਹੋਵੇਗਾ। ਸਰਾਵਕ ਦਾ ਮਤਲਬ ਜੈਨੀ ਸਰੇਵੜੇ ਤੇ ਬੋਧੀ ਭਿਕਸ਼ੂ। ਸਰਾਵਕ ਸੁਧ ਸਮੂਹ ਸਿਧਾਨ ਕੇ, ਸੁਧ ਦਾ ਅਰਥ ਹੈ ਬਿਲਕੁਲ ਪਵਿੱਤਰ। ਜਿਨ੍ਹਾਂ ਨੇ ਜ਼ਿੰਦਗੀ 'ਚ ਕਿਹਾ ਸੀ ਕਦੀ ਕੀੜੀ ਵੀ ਨਹੀਂ ਮਾਰੀ, ਆਪਣੇ ਆਪਣੇ ਨਾਲ ਪਵਿੱਤਰ ਸਮਝਦੇ। ਸਰਾਵਕ ਸੁਧ ਸਮੂਹ ਸਿਧਾਨ ਕੇ, ਗੁਰਮੁਖੋ ਸਿੱਧਾਂ ਦੇ ਟੋਲੇ, ਸਿੱਧ ਦਾ ਬਹੁਵਚਨ, ਜਿਹੜੇ ਰਿੱਧੀਆਂ ਸਿੱਧੀਆਂ ਤੱਕ ਪਹੁੰਚੇ ਹੋਏ ਆ। ਸਰਾਵਕ ਸੁਧ ਸਮੂਹ ਸਿਧਾਨ ਕੇ, ਦੇਖ ਫਿਰਿਓ ਕਰ ਜੋਗ ਜਤੀ ਕੇ। ਮਹਾਰਾਜ ਕਹਿੰਦੇ ਨੇ ਮੈਂ ਜੋਗੀ ਵੇਖੇ, ਮੈਂ ਜਤੀ ਦੇਖੇ, ਮੈਂ ਜੈਨੀ ਸਰੇਵੜੇ ਦੇਖੇ, ਮੈਂ ਬੋਧੀ ਭਿਕਸ਼ੂ ਦੇਖੇ। ਇੱਥੋਂ ਤੱਕ ਜਿਹੜੇ ਕਹਿੰਦੇ ਨੇ ਅਸੀਂ ਸ਼ੁੱਧ ਪੁੰਨ ਆਤਮਾਵਾਂ, ਮਹਾਰਾਜ ਕਹਿੰਦੇ ਮੈਂ ਉਹਨਾਂ ਨੂੰ ਵੀ ਦੇਖੇ। ਸਾਧਨਾ ਉਹਨਾਂ ਨੇ ਬੜੀ ਕੀਤੀ। ਫਿਰ ਸੁਣਿਓ, ਸਰਾਵਕ ਸੁਧ ਸਮੂਹ ਸਿਧਾਨ ਕੇ, ਦੇਖ ਫਿਰਿਓ ਕਰ ਜੋਗ ਜਤੀ ਕੇ ਸੂਰ। ਐ ਸੂਰਮੇ, ਮੈਂ ਤਾਂ ਬੇਨਤੀ ਕੀਤੀ ਗੁਰਮਤ ਦੇ ਸੂਰਮੇ ਦੇ ਦਰਸ਼ਨ ਆਪਾਂ ਹੀ ਥੋੜੇ ਜਿਹੇ ਜ਼ਫਰਨਾਮੇ 'ਚ ਵੀ ਕਰਨਾ, ਕਿਉਂਕਿ ਮੈਂ ਜ਼ਿਕਰ ਜ਼ਰੂਰ ਕਰਾਂਗਾ। ਇਹ ਨਹੀਂ ਕਿ ਆਪਾਂ ਜ਼ਿਕਰ ਨਹੀਂ ਕਰਨਾ ਜਿੱਥੇ ਬੈਠੇ। ਸੂਰ, ਸੂਰਮੇ। ਅੱਗੇ ਸੁਰਾਰਦਨ, ਇਹ ਦੋ ਸ਼ਬਦ ਨੇ। ਸੁਰ ਆਰਦਨ, ਸੁਰ ਮੀਨਸ ਦੇਵਤਾ, ਆਰਦਨ ਦਾ ਅਰਥ ਹੈ ਮਾਰਨ ਵਾਲਾ। ਇਹਦਾ ਲਫ਼ਜ਼ੀ ਅਰਥ ਹੋ ਗਿਆ ਦੇਵਤਿਆਂ ਨੂੰ ਮਾਰਨ ਵਾਲੇ ਦੈਂਤ ਵੀ ਮਹਾਰਾਜ ਕਹਿੰਦੇ ਮੈਂ ਦੇਖਿਆ। ਸੂਰ ਸੁਰਾਰਦਨ, ਸੁਧ ਸੁਧਾਦਿਕ, ਸੁਧ ਪਵਿੱਤਰ, ਸੁਧਾਦਿਕ। ਇਹ ਸ਼ਬਦ ਸੁਧਾ ਦਾ ਅਰਥ ਹੁੰਦਾ ਅੰਮ੍ਰਿਤ, ਜਿਹੜੇ ਇੱਕ ਢੀਕ ਲਾ ਕੇ ਕਹਿੰਦੇ ਨੇ। ਅਸੀਂ ਰੋਜ਼ ਅੰਮ੍ਰਿਤ ਪੀਂਦੇ ਆ ਜੀ ਸਮਾਧੀ 'ਚ ਬਹਿ ਕੇ। ਮਹਾਰਾਜ ਕਹਿੰਦੇ ਮੈਂ ਅੰਮ੍ਰਿਤ ਪੀਣ ਵਾਲੇ ਵੀ ਦੇਖੇ ਆ। ਫਿਰ ਸੁਣਿਓ, ਸਰਾਵਕ ਸੁਧ ਸਮੂਹ ਸਿਧਾਨ ਕੇ, ਦੇਖ ਫਿਰਿਓ ਕਰ ਜੋਗ ਜਤੀ ਕੇ ਸੂਰ ਸੁਰਾਰਦਨ ਸੁਧ ਸੁਧਾਦਿਕ ਸੰਤ ਸਮੂਹ ਅਨੇਕ ਮਤੀ ਕੇ। ਇੱਕ ਦੂਜੇ ਦਾ ਮਤ ਨਹੀਂ ਰਲਦਾ। अनेक मती के संत समूह अनेक मती के, सारे देश को देख रहे हो मत। सारे मुल्क दे में मत मतांतर वेख्या। सारे आपो अपनी अपने अपनी संप्रदा अपनी अपनी सिर मर्यादा की गल कर रहे हैं। को ना देखिए प्राणपति के, कोई नहीं मिलिया जेड़ा प्राणा दे पति रब दे गीत गाउंदा होवे। को ना देखिए प्राणपति के, श्री भगवान की भाए कृपा हूते। भाए दा अर्थ भावना, शरदा, प्रतीत, जिदे अंदर परमात्मा दी भावना नहीं। महाराज कहते श्री भगवान दी जे भावना नहीं, कृपा नहीं, एक रत्ती बिन, एक नाम विच रत्ते जान तो बिना, एक रत्ती के ओदी कीमत रत्ती जिन्नी नहीं पैनी, भावें जिड्डा मर्जा जोगी बोधी होवे। मैं बेनती करा, एक सतगुरु ने गुरमुखो सानू अंतर आत्मे शब्द दे नाल धन गुरु गोबिंद सिंह महाराज जी दे इस वक्त जिथे आप आ रहे हैं, क्योंकि सब तो ज्यादा जेडे सूरमियां नाल शब्द संबंधित ने ना, गुरु ग्रंथ साहिब विच भगत कबीर साहिब दे ने। ये याद रखियो, महाराज जी दे हैं पहला मरण कबूल जीवन की छड़ आत, जो तो प्रेम खेलन का चाओ, सिर तर तली गली मेरी आओ। सब तो ज्यादा जेडे शब्द ने वो भगत कबीर साहिब की रचना तो उच्चारण किए। गगन दमामा बाजियो, हुण देखो आप सारे बोले, परयो निशाने काओ, खेत जो मांडियो सूरमा, अब जूझन को दाओ। एदा अर्थ दसम दवार दे विच अनहद नाद अनहद शब्द गूंजिया। मेरी फिर बेनती सुनियो, आत्मक जेतू सूरमे दी गल कर रहा, उस तो बाद फिर उस सूरमे दी नाल गल करदे जिहड़ा पुरजा पुरजा कट मरेख। गगन दमामा बाजियो, परयो निशाने काओ, खेत जो मांडियो सूरमा, अब जूझन को दाओ। सूरा सो पहचानिए जो लरे दीन के हेत, पुरजा पुरजा कट मरे कबू न छाड़े खेत। सतगुरु गुरु गोबिंद सिंह जी महाराज जिस जगह ते आप आज बैठे, गुरमुखो ए सारे आत्मक जेतू सूरमे कहां ते अत कथनी नहीं, क्योंकि द्वैश विच फसिया, मोह विच फसिया, कदी भी अपना आप कुर्बान नहीं कर सकता। धन गुरु गोबिंद सिंह महाराज जी ने आनंदपुर साहिब का किला छड्डिया, क्योंकि जिहड़ा पिछले दिनों सारे उत्ते समागम चलते हैं, भावें सभा चल पई है। एक मैं बेनती आपनूं करनी, वो किला क्यों छड्ड दिता है? आनंदपुर साहिब एक बारी कहा,
क्योंकि आप इथों तक आना वो किला क्यों छड्डिया, उसका कारण सिर्फ धर्म सी। इस लफ्ज नूं फिर सुनियो, 22 धार दे पहाड़ी राजियां विचों बहु गिनती च धन गुरु गोबिंद सिंह महाराज जी दे विरोधी ने। जदों इन्हां ते मुसीबत पैंदी सी उदों हजूर दे चरण शरण आ जांदे सन, नहीं तां सच एवे धुर अंदरों गुरु गोबिंद सिंह जी नूं बिल्कुल पसंद करदे ही नहीं सन। इथों फिर अजमेर चंद पहाड़ी राजे खारे आ। पुरातन तवारी कहंदी अजमेर चंद भीम चंद दा पुत्र ये मेजरनामा लैके औरंगजेब दे कोल जांदा है। ਉਹਦੇ ਵਿੱਚ ਇਹ ਕਿਹਾ ਜਾਂਦਾ ਹੈ ਕਿ ਅਸੀਂ ਖੰਦੂ ਹਾਂ, ਇਹ ਈਰਖਾ ਚ ਨਹੀਂ। ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਸਿਰਜਿਆ ਤੇ ਜਦੋਂ ਹਜ਼ੂਰ ਨੇ ਅੰਮ੍ਰਿਤ ਸੰਚਾਰ ਕੀਤਾ ਉਸ ਵਕਤ ਇਹਨਾਂ ਨੂੰ ਸਭ ਨੂੰ ਇਕੱਠਿਆਂ ਕਰਕੇ ਕਿਹਾ ਕਿ ਤੁਸੀਂ ਅੰਮ੍ਰਿਤ ਛਕੋ, ਖਾਲਸੇ ਬਣੋ, ਰਹਿਤ ਧਾਰੀ ਹੋਵੋ। ਇਹ ਗੁਲਾਮੀ ਦੀ ਜ਼ਿੰਦਗੀ ਤੁਹਾਡੀ ਸਦਾ ਲਈ ਖਤਮ ਹੋ ਜਾਏਗੀ ਜੇ ਤੁਸੀਂ ਵਰਨ ਵੰਡ ਤੋਂ ਊਚ ਨੀਚਤਾ ਤੋਂ ਉੱਪਰ ਉੱਠ ਕੇ ਇੱਕ ਅਕਾਲ ਪੁਰਖ ਦਾ ਲੜ ਪਕੜੋਗੇ। ਤਾਂ ਇੱਥੇ ਮਹਾਰਾਜ ਜੀ ਨੇ ਜਦੋਂ ਨਾ ਕਿਹਾ ਜੀ ਨਹੀਂ ਅਸੀਂ ਇਹ ਨਹੀਂ ਕਰ ਸਕਦੇ, ਆ ਜਿਹੜੇ ਨੀਵੀਂ ਜਾਤਾਂ ਵਾਲੇ ਨੇ ਅਸੀਂ ਇਹਨਾਂ ਨਾਲ ਬੈਠ ਕੇ ਰੋਟੀ ਕਿਵੇਂ ਖਾ ਲਾਂਗੇ, ਅਸੀਂ ਰਾਜਪੂਤ, ਅਸੀਂ ਸਵਰਨ ਜਾਤੀ, ਅਸੀਂ ਇਹਨਾਂ ਨਾਲ ਨਹੀਂ ਬੈਠ ਸਕਦੇ। ਇਸੇ ਕਰਕੇ ਫਿਰ ਰਤਨ ਸਿੰਘ ਭੰਗੂ ਨੇ ਜਿਹੜੇ ਸ਼ਬਦ ਕਹੇ, ਮਹਾਰਾਜ ਜੀ ਨੇ ਕਿਹਾ ਜਾ ਕੀ ਜਾਤ ਗੋਤ ਕੁਲ ਮਾਹੀ ਸਰਦਾਰੀ ਨਾ ਭਈ ਕਦਾਹੀ, ਇਨੀ ਕੋ ਸਰਦਾਰ ਬਣਾਉ ਤਬੈ ਗੋਬਿੰਦ ਸਿੰਘ ਨਾਮ ਕਹਾਉ। ਇਹ ਬਰਦਾਸ਼ਤ ਨਹੀਂ ਸੀ ਹੁੰਦਾ ਪਿਆ। ਇਹਨਾਂ ਨੇ ਔਰੰਗਜ਼ੇਬ ਨੂੰ ਇਹ ਵੀ ਕਿਹਾ ਕਿ ਅੱਜ ਸਾਡੇ ਲਈ ਖਤਰਾ ਹੈ, ਕੱਲ ਨੂੰ ਮੁਸਲਮਾਨਾਂ ਲਈ ਵੀ ਖਤਰਾ ਬਣ ਗਏ। ਉਹ ਨਗਾਰਾ ਵਜਾਉਂਦੇ ਨੇ, ਉਹ ਬਾਜ ਰੱਖਦੇ ਨੇ, ਆਪਣੇ ਆਪ ਨੂੰ ਪਾਤਸ਼ਾਹ ਕਹਾਉਂਦੇ ਨੇ, ਉਹਨਾਂ ਦੀਆਂ ਆਪਣੀਆਂ ਫੌਜਾਂ ਨੇ, ਉਹਨਾਂ ਦੇ ਸਿਰ ਤੇ ਚੌਰ ਹੁੰਦੀ ਏ, ਉਹਨਾਂ ਦਾ ਦਰਬਾਰ ਲੱਗਦਾ ਹੈ, ਲੋਕ ਉੱਥੇ ਫਰਿਆਦੀ ਹੁੰਦੇ ਨੇ। ਔਰੰਗਜ਼ੇਬ ਬਰਦਾਸ਼ਤ ਨਹੀਂ ਸੀ ਕਰ ਸਕਦਾ। ਉਹਨੇ ਸੂਬਾ ਸਰਹੰਦ, ਜੰਮੂ, ਲਾਹੌਰ ਤੇ ਜਿੰਨੇ ਪਹਾੜੀ ਰਾਜੇ ਨੇ ਇਹਨਾਂ ਨੇ ਫਿਰ ਸ਼੍ਰੀ ਅਨੰਦਪੁਰ ਸਾਹਿਬ ਨੂੰ ਘੇਰਾ ਪਾਇਆ। ਜੰਗਾਂ ਤਾਂ ਹੋਰ ਵੀ ਅਨੰਦਪੁਰ ਸਾਹਿਬ ਦੀਆਂ ਹੋਈਆਂ, ਪਰ ਇਹ ਘੇਰਾ ਜੇਠ ਦੇ ਮਹੀਨੇ ਚ ਪਿਆ ਤੇ 6 ਪੋਹ ਤੱਕ ਚੱਲਿਆ। ਜਦੋਂ ਮਾਰੇ ਛੱਡਦੇ ਆ, ਇਉਂ ਕਹਿ ਲੋ ਅੰਗਰੇਜ਼ੀ ਚ ਮਈ ਦੇ ਮਹੀਨੇ ਚ ਪਿਆ ਤੇ ਦਸੰਬਰ ਤੱਕ ਚੱਲਿਆ। ਏਡੇ ਵੱਡੇ ਘੇਰੇ ਚ ਬਹੁਤ ਕੁਝ ਹੋਇਆ। ਸਿਰ ਮੈਂ ਤਾਂ ਕਥਾ ਕਰਕੇ ਕਹਿ ਦੇਂਗਾ ਇੰਨਾ ਸਮਾਂ ਘੇਰਾ ਪਿਆ। ਕੱਲ ਨੂੰ ਮੈਂ ਅੱਗੇ ਬੇਨਤੀ ਕਰਨੀ ਹੈ। ਮੈਂ ਭਾਈ ਸਾਹਿਬ ਨੂੰ ਕਿਹਾ ਸੀ ਕਿ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇ ਅਰ ਭੈ ਨਹੀਂ ਜਾਕੈ। ਇਹ ਦਿੱਲੀ ਵੀ ਬੇਨਤੀ ਕੀਤੀ, ਗੁਰਮਖੋ ਅਸੀਂ ਕਥਾ ਵਾਲਿਆਂ ਨੇ ਪਤਾ ਨਹੀਂ ਕਿੰਨੀ ਵਾਰੀ ਕਥਾ ਕੀਤੀ ਹੋਵੇਗੀ, ਪਰ ਇਸ ਸ਼ਬਦ ਦੀ ਵਿਆਖਿਆ ਗੁਰੂ ਤੇਗ ਬਹਾਦਰ ਦੀਆਂ 3 ਪੀੜ੍ਹੀਆਂ ਨੇ ਕੀਤੀ ਹੈ। ਦੁੱਖ ਨੂੰ ਦੁੱਖ ਨਾ ਮੰਨਣਾ ਮਹਾਰਾਜ ਨੇ ਆਪ ਕੀਤੀ, ਗੁਰੂ ਗੋਬਿੰਦ ਸਿੰਘ ਜੀ ਨੇ ਕੀਤੀ, ਮਾਤ ਗੁਜਰੀ ਜੀ ਨੇ ਕੀਤੀ। ਮੈਂ ਵਿਆਖਿਆ ਦਰਤ ਕਥਾ ਨਹੀਂ ਕਰ ਰਿਹਾ, ਪ੍ਰੈਕਟੀਕਲ ਤੌਰ ਤੇ ਕੱਲ ਅੱਗੇ ਅਰਜ਼ ਕਰਾਂਗਾ। ਇਸ ਘੇਰੇ ਦੇ ਵਿੱਚ ਗੁਰਮਖੋ ਖਾਣੇ ਮੁੱਕ ਗਏ। ਸੱਚ ਇਹ ਵੇ ਕਿ ਘੋੜੇ ਤੜਪ ਤੜਪ ਕੇ ਮਰੇ, ਪ੍ਰਸਾਦੀ ਖਾਥੀ ਮਰਿਆ। ਇੱਥੋਂ ਤੱਕ ਸੈਨਾਪਤ ਮੈਂ ਇੱਕ ਵਾਰੀ ਕਿਹਾ, ਉਹ ਕਹਿੰਦਾ ਪਾਣੀ ਵਾਲਾ ਨਾਲਾ ਬੰਦ ਕਰ ਦਿੱਤਾ। 4 ਸਿੱਖ ਪਿਆਸਿਆਂ ਲਈ ਪਾਣੀ ਲੈ ਕੇ ਦੇਣ ਜਾਂਦੇ ਆ, 2 ਸ਼ਹੀਦ ਹੋ ਜਾਂਦੇ ਆ, 2 ਪਾਣੀ ਲੈ ਕੇ ਆਉਂਦੇ ਆ। ਪਰ ਇਸ ਘੇਰੇ ਵਿੱਚ ਵੀ ਆ ਹੁਣ ਅੱਜ ਤੁਸੀਂ ਦੇਖ ਰਹੇ ਹੋ ਨਾ, ਕਿਸਾਨ ਮੋਰਚਾ ਜਿੱਤਿਆ ਗਿਆ। ਅਸੀਂ ਉਹਨਾਂ ਨੂੰ ਵੀ ਨਤਮਸਤਕ ਹੁੰਨੇ ਆ ਜੀ। ਉਹ ਤੁਰੇ ਤਾਂ ਦੀਨ ਲਈ, ਸੱਚ ਹੱਕ ਲਈ ਜਿਹੜੇ ਸ਼ਹੀਦ ਹੋ ਗਏ ਕਿਸਾਨ, ਸੱਚ ਇਹ ਸੀ ਉਹਨਾਂ ਦੇ ਲਈ ਵੀ ਆਪਣੇ ਵੱਲੋਂ ਸ਼ਰਧਾ ਦੇ ਫੁੱਲ ਭੇਟ ਕਰਨੇ ਆ। ਪਰ ਇਸ ਗੱਲ ਨੂੰ ਕਦੀ ਨਾ ਭੁੱਲਿਓ ਕਿ ਇਸ ਚੀਜ਼ ਨੇ, ਇਸ ਗੱਲ ਨੇ ਪੂਰੀ ਦੁਨੀਆ 'ਚ ਇਸ ਗੱਲ ਨੂੰ ਪ੍ਰਗਟ ਕਰ ਦਿੱਤਾ ਹੈ ਕਿ ਸਿੱਖਾਂ ਦੇ ਕਰਦਾਰ ਵਰਗਾ ਦੁਨੀਆ ਵਿੱਚ ਕਿਸੇ ਦਾ ਵੀ ਕਰਦਾਰ ਨਹੀਂ। ਇਹ ਇਸ ਤੁਸੀਂ ਮੈਨੂੰ ਅੱਜ ਯਾਦ ਆ ਰਿਹਾ ਸੀ ਕਿ ਕਾਜ਼ੀ ਨੂਰ ਮੁਹੰਮਦ ਆਉਂਦਾ ਅਬਦਾਲੀ ਨਾਲ, ਉਹ ਸਿੱਖਾਂ ਨੂੰ ਕੁੱਤੇ ਕਰਕੇ ਲਿਖਦਾ ਹੈ, ਇਹ ਕੁੱਤੇ ਆ, ਇਹ ਕੁੱਤੇ ਆ। ਪਰ ਉਹ ਵੀ ਕਹਿ ਜਾਂਦਾ, ਲੋਕੋ ਇਹ ਵਿਚਾਰੀ ਨੂੰ ਆਪਣਾ ਮਿੱਤਰ ਨਹੀਂ ਬਣਾਉਂਦੇ ਹੁੰਦੇ। ਇਹ ਬੀਬੀ ਭਾਵੇਂ ਦੁਸ਼ਮਣ ਦੀ ਹੋਵੇ, ਬੁੜੀ ਕਹਿ ਕੇ ਬੁਲਾਉਂਦੇ ਆ। ਇਹ ਡਿੱਗਦੇ ਹੋਏ ਤੇ ਵਾਰ ਨਹੀਂ ਕਰਦੇ। ਸੱਚ ਇਹ ਜੋ ਮਰਜ਼ੀ ਕੋਈ ਦਮਗਜੇ ਮਾਰੀ ਜਾਏ, ਲੜੀ ਇਹਦੇ ਵਿੱਚ ਗੁਰਪ੍ਰਸਾਦ ਹੀ ਹੈ। ਲੜੀ ਸਿੱਖੀ ਸਬੇਟਾ। ਮੈਂ ਉਸ ਦਿਨ 4 ਸਤਰਾਂ ਲਿਖੀਆਂ ਸਨ, ਕਿਰਤ ਜਿੱਤੀ, ਕਿਰਤੀ ਜਿੱਤਿਆ,
ਕਿਰਪਾ ਕੀਤੀ ਕਰਤਾਰ। ਕਿਰਤ ਜਿੱਤੀ, ਕਿਰਤੀ ਜਿੱਤਿਆ, ਕਿਰਪਾ ਕੀਤੀ ਕਰਤਾਰ। ਸਬਰ ਜਿੱਤਿਆ, ਏਕਾ ਜਿੱਤਿਆ, ਯਾਦ ਰੱਖੋ ਸੰਸਾਰ। ਅਸਲ 'ਚ ਜਿੱਤਿਆ ਤਾਂ ਅੰਦਰ ਹੈ। ਮਹਾਰਾਜ ਜਦੋਂ ਘੇਰਾ ਪਾਇਆ, ਇਦੋਂ ਵੱਡਾ ਕਿਰਦਾਰ ਕਿਤੇ ਦੇਖੋਗੇ ਕਿ ਇੱਕ ਪਾਸੇ ਦੁਸ਼ਮਣ ਵਾਰ ਕਰ ਰਿਹਾ ਹੈ, ਗੁਰੂ ਗੋਬਿੰਦ ਸਿੰਘ ਜੀ ਨੂੰ ਖਤਮ ਕਰਨਾ ਚਾਹੁੰਦਾ ਹੈ, ਤੇ ਉਹਦਾ ਸਿੱਖ ਮਸ਼ਕ ਭਰ ਕੇ ਡਿੱਗਿਆਂ ਦੇ ਮੂੰਹ ਵਿੱਚ ਪਾਣੀ ਪਿਆਂਦਾ ਪਿਆ। ਸਤਿਗੁਰੂ ਉਹਨੂੰ ਆਪਣੇ ਕੋਲੋਂ ਮਲਮ ਤੇ ਪੱਟੀ ਦਿੰਦੇ ਆ। ਭਾਈ ਸਾਹਿਬ, ਭਾਈ ਕਨਈਆ ਜੀ, ਮੈਂ ਆਪ ਨੂੰ ਜਿਹੜੀ ਬੇਨਤੀ ਕਰ ਲੱਗਾ, ਇੱਥੇ ਜਿਹੜੀ ਜੰਗ ਹੋਈ ਇਹ ਤੇ ਮਸਲੇ ਨਹੀਂ ਮਾਰੇ ਕਿਸੇ ਕਬਜ਼ਾ ਕੀਤਾ ਥਾਂ ਤੇ। ਜੋਤੀ ਸਰੂਪ ਉਦੋਂ ਮੈਨੂੰ ਥੋੜਾ ਇਸ਼ਾਰਾ ਇਹਨਾਂ ਕੀਤਾ ਵੀ ਆਖਰ ਇਹ ਪਿੱਛੇ ਕਹਾਣੀ ਕੀ ਹੈ ਸਾਰੀ। ਪਹਾੜੀਏ ਵੀ ਵਿਰੋਧੀ, ਸੂਬੇ ਵੀ ਵਿਰੋਧੀ, ਔਰੰਗਜ਼ੇਬ ਵੀ ਵਿਰੋਧੀ। ਉਹ ਗੁਰੂ ਗੋਬਿੰਦ ਸਿੰਘ ਜੀ ਨੇ ਕੀ ਮਾੜਾ ਕਰਮ ਕੀਤਾ ਉਹਨਾਂ ਦੀ ਨਜ਼ਰ 'ਚ ਮੈਂ ਕਹਿ ਰਿਹਾ, ਜਿਹੜੇ ਇੰਨੇ ਵਿਰੋਧ ਵਿੱਚ ਆ ਗਏ। ਮਾੜਾ ਕੁਝ ਨਹੀਂ ਕੀਤਾ, ਕਿਉਂਕਿ ਚੰਗੇ ਇੰਨੇ ਯਾਦੇ ਕਰ ਦਿੱਤੇ, ਮਾੜਿਆਂ ਨੂੰ ਖਤਰਾ ਲੱਗਣ ਲੱਗ ਪਿਆ ਸੀ। ਚੰਗਾ ਇੰਨਾ ਕਰ ਦਿੱਤਾ। ਆਨੰਦਪੁਰ ਸਾਹਿਬ ਕਿਉਂ ਛੱਡਿਆ? ਚਲੋ ਇੱਕ ਤਾਂ ਤਵਾਰੀ ਕਹਿੰਦੀ ਏ ਬੇਦਾਵੇ ਦਾ ਜ਼ਿਕਰ ਖੁੰਦਾ ਹੈ, ਤੇ ਐਵੇਂ ਖੰਡਨ ਨਹੀਂ ਕਰਨਾ ਚਾਹੀਦਾ। ਇੱਥੇ ਲਿਖਿਆ ਤੇ ਭਾਵੇਂ ਰਾਮਿਆਂ ਨੇ ਲਿਖਿਆ, ਚੇਤੇ ਰੱਖਿਓ, ਜੇ ਪਾਟਿਆ ਹੈ ਤੇ ਪਾਟਿਆ ਸਾਰਾ ਮੰਨਦੇ ਨੇ, ਲਿਖਿਆ ਨਹੀਂ ਮੰਨਦੇ। ਜੇ ਪਾਟਿਆ ਹੈ ਤੇ ਲਿਖਿਆ ਹੀ ਹੈ ਨਾ ਕਿਤੇ, ਜੇ ਲਿਖਿਆ ਤੇ ਤਾਂ ਪਾਟਾ ਹੈ। ਮਹਾਰਾਜ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜਦੋਂ ਆਨੰਦਪੁਰ ਸਾਹਿਬ ਛੱਡਦੇ ਆ, 29-30 ਸਾਲ ਉੱਥੇ ਰਹਿਣਾ, 42 ਸਾਲ ਦੀ ਜ਼ਿੰਦਗੀ ਦਾ ਸਮਝੋ 3 ਹਿੱਸੇ ਉੱਥੇ ਰਹੇ ਮਹਾਰਾਜ। ਆਨੰਦਪੁਰ ਸਾਹਿਬ ਦੀ ਇੱਕ ਇੱਕ ਗਲੀ ਦਾ ਜਿਹੜਾ ਕੰਕਰ ਹੈ, ਰੇਤ ਹੈ, ਮਿੱਟੀ ਦਾ ਜ਼ਰਰਾ ਹੈ, ਗੁਰੂ ਗੋਬਿੰਦ ਸਿੰਘ ਦੇ ਚਰਨਾਂ ਨਾਲ ਨਿਵਾਜਿਆ ਹੋਇਆ ਹੈ। ਹਜ਼ੂਰ ਦੇ ਉੱਥੇ ਲਾਲ ਖੇਡਦੇ ਰਹੇ। ਰੋਜ਼ ਸਤਿਗੁਰੂ ਸੀਸਗੰਜ ਮੱਥਾ ਟੇਕਦੇ ਸਨ। ਕਿਉਂ ਛੱਡ ਦਿੱਤਾ? ਕੀ ਭੈ ਸੀ? ਫਿਰ ਇਹ ਵੀ ਨਹੀਂ ਵੀ ਜਾਣਾ ਕਿੱਥੇ ਹੈ, ਕੋਈ ਮੰਦਿਰ ਥੋੜੀ ਮਿੱਛੀ ਵੀ ਕਿੱਥੇ ਜਾਣਾ। ਹਾਂ, ਜ਼ਫਰਨਾਮਾ ਪੜ੍ਹ ਕੇ ਜਿੰਨਾ ਕੋਈ ਸਮਝ ਪਈ, ਕਿਉਂਕਿ ਗੁਰੂ ਕੋਲ ਹਿੰਦੂ ਹੋਵੇ, ਮੁਸਲਮਾਨ ਹੋਵੇ, ਜੈਨੀ ਹੋਵੇ, ਬੋਧੀ ਹੋਵੇ, ਜਦੋਂ ਬੰਦਾ ਗੁਰੂ ਕੋਲ ਧਰਮ ਦਾ ਵਾਸਤਾ ਪਾਏਗਾ ਨਾ, ਚੇਤੇ ਰੱਖਿਓ, ਉਦੋਂ ਗੁਰੂ ਆਪਣੇ ਸਰੀਰ ਨੂੰ ਵੀ ਦਾਅ ਤੇ ਲਾ ਦੇਗਾ। ਇਸ ਨੁਕਤੇ ਨੂੰ ਫਿਰ ਸੁਣਿਓ, ਮੇਰੀ ਬੇਨਤੀ ਨੂੰ ਹੱਥ ਜੋੜ ਕੇ। ਮੈਂ 2 ਕੁ ਉਦਾਹਰਨਾਂ ਦੇਣੀਆਂ ਨੇ, ਆਪ ਜੀ ਨੂੰ ਦੇਣੀਆਂ ਬਾਣੀ ਚੋਂ ਨੇ। ਕਿਉਂ ਛੱਡ ਦਿੱਤਾ? ਇਹਦਾ ਪਿਛੋਕੜ ਕੀ? ਮਹਾਰਾਜ ਜਦੋਂ ਸੁਲਤਾਨਪੁਰ ਨਿਕਲੇ ਵਹੀਂ ਚੋਂ ਤੇ ਸ਼ਮਸ਼ਾਨ ਭੂਮੀ ਬੈਠ ਗਏ ਗੁਰੂ ਨਾਨਕ ਸਾਹਿਬ। ਤੇੜ ਕੁਪੀਨ ਸੀ, ਸਿਰ ਤੇ ਜੂੜਾ, ਤੇ ਉਹ ਕਿਸੇ ਕਿਹਾ ਵੀ ਉੱਥੇ ਆ ਗਏ। ਉਹਨਾਂ ਨੇ ਕਹਿ ਦਿੱਤਾ ਨਾ ਕੋਈ ਹਿੰਦੂ ਨਾ ਮੁਸਲਮਾਨ। ਉਹ ਨਵਾਬ ਨੇ ਕਿਹਾ ਜੀ ਬੁਲਾਓ, ਤੇ ਉਹ ਈਰਖਾਲੂ ਬੰਦੇ ਸਨ। ਉਹ ਗਏ, ਉਹਨਾਂ ਕਿਹਾ ਜੀ ਮਹਾਰਾਜ ਜੀ ਨੂੰ ਕਹਿੰਦੇ ਆ ਕਿ ਤੁਹਾਨੂੰ ਨਵਾਬ ਦੌਲਤ ਖਾਂ ਹੁਕਮ ਹੈ, ਉਹ ਬੁਲਾਉਂਦਾ ਪਿਆ। ਮੈਂ ਪੰਜਾਬੀ ਸਿੱਧੀ ਜੋ ਜਨਮ ਸਾਖੀ ਤੇ ਬੜੇ ਕਮਾਲ ਦੇ ਲਿਖੇ ਨੇ ਕਿ ਉਹ ਬੁਲਾਉਂਦਾ ਪਿਆ। ਮਹਾਰਾਜ ਵੇਖ ਕੇ ਕਹਿੰਦੇ ਕਿਹੜਾ ਨਵਾਬ ਓਏ? ਸਾਨੂੰ ਕੀ ਤੇਰੇ ਨਵਾਬ ਕੀ ਪਰਵਾਹ ਪੜੀ? ਕਿਹੜਾ ਨਵਾਬ? ਉਹਨੇ ਕਿਹਾ ਵੀ ਚਲੋ ਨੁਕਤਾ ਲੱਭ ਗਿਆ, ਹੁਣ ਹੋਰ ਉੱਤੇ ਤੇਲ ਪਾ ਦੇਣੇ। ਜਾ ਕੇ ਕਹਿੰਦਾ ਮਹਾਰਾਜ ਉਹ ਤੇ ਬੋਲਦਾ ਹੀ ਪੁੱਠਾ ਜੀ। ਮੈਂ ਜਾ ਕੇ ਨਵਾਬ ਬੁਲਾਉਂਦੇ ਪਏ ਨੇ। ਕਹਿੰਦੇ ਕਿਹੜਾ ਨਵਾਬ? ਤੇਰੇ ਨਵਾਬ ਕੀ ਕਿਆ ਪਰਵਾਹ ਪੜੀ? ਨਵਾਬ ਦੇ ਕਰਮ ਚੰਗੇ ਸਨ। ਉਹਨੇ ਕਿਹਾ ਦਰਵੇਸ਼ ਨੂੰ ਇਸ ਤਰ੍ਹਾਂ ਨਹੀਂ ਬੁਲਾਈਦਾ, ਤੂੰ ਜਾ ਕੇ ਆਹ ਲਫ਼ਜ਼ ਬੋਲੀ, ਯਾ ਨਾਨਕ ਖੁਦਾਏ ਦੇ ਵਾਸਤੇ ਦੀਦਾਰ ਬਖਸ਼। ਲਫ਼ਜ਼ ਦੇਖੋ, ਖੁਦਾਏ ਦੇ ਵਾਸਤੇ ਦੀਦਾਰ ਬਖਸ਼। ਦੁਬਾਰਾ ਗਿਆ, ਉਹਨੇ ਕਿਹਾ ਜੀ ਮਹਾਰਾਜ ਨੂੰ ਕਹਿੰਦਾ ਜੀ ਨਵਾਬ ਸਾਹਿਬ ਨੇ ਸੁਨੇਹਾ ਘੱਲਿਆ ਕਿ ਨਾਨਕ ਯਾ ਨਾਨਕ ਖੁਦਾਏ ਦੇ ਵਾਸਤੇ ਦੀਦਾਰ ਬਖਸ਼। ਨਾਲ ਹੀ ਮਹਾਰਾਜ ਉੱਠ ਪਏ, ਕਹਿ ਲਗੇ ਖੁਦਾਏ ਦੇ ਵਾਸਤੇ ਤਾਂ ਸਭ ਕੁਝ ਹਾਜ਼ਰ ਹੈ। ਲਫ਼ਜ਼ ਕੈਸੇ ਨੇ? ਗੁਰਮਖੋ ਜ਼ਫਰਨਾਮੇ ਵਿੱਚੋਂ ਮੈਂ ਥੋੜੀਆਂ ਜਿਹੀਆਂ ਬੇਨਤੀਆਂ ਕਰਨੀਆਂ ਨੇ। ਆਨੰਦਪੁਰ ਸਾਹਿਬ 2 ਗੱਲਾਂ ਹੋਈਆਂ। ਇੱਕ ਵਾਰੀ ਤਿਲਕ ਤੇ ਜੰਜੂ ਗਿਆ, ਇੱਕ ਵਾਰੀ ਕੁਰਾਨ ਗਈ ਉੱਥੇ। ਤੇ ਦੋਨੋਂ ਮੈਂ ਤਾਂ ਕਿਹਾ ਮੈਂ ਹਿਸਟਰੀ ਚੋਂ ਨਹੀਂ ਲਈਆਂ ਦੋਨੋਂ, ਇਹ ਦੋਨੋਂ ਦੀਆਂ ਦੋਨਾਂ ਸਤਿਗੁਰਾਂ ਦੀ ਬਾਣੀ ਤੇ ਦੋਨੋਂ ਗੁਰੂ ਗੋਬਿੰਦ ਸਿੰਘ ਦੀ ਬਾਣੀ ਵਿੱਚੋਂ। ਤਿਲਕ ਜੰਜੂ ਗਿਆ, ਫਿਰ ਕੁਰਾਨ ਗਈ। ਆਪ ਸਭ ਨੂੰ ਪਤਾ ਹੈ ਕਿ ਜਿੱਥੇ ਕਸ਼ਮੀਰੀ ਪੰਡਤਾਂ ਨੇ, ਪੰਡਿਤ ਕਿਰਪਾਰਾਮ ਦੱਤ ਜੀ ਨੇ ਪੁਕਾਰ ਕੀਤੀ ਕਿ ਸਾਡਾ ਧਰਮ ਖਤਰੇ 'ਚ ਹੈ, ਤੁਸੀਂ ਸਾਰੇ ਜਾਣਦੇ ਹੋ ਇਸ ਇਤਿਹਾਸ ਨੂੰ।
ਤੇ ਮਹਾਰਾਜ ਸੱਚੇ ਪਾਤਸ਼ਾਹ ਆਪ ਤੁਰੇ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਪਿਤਾ ਦੀ ਸ਼ਹਾਦਤ ਤੋਂ ਬਾਅਦ ਜੋ ਪਿਤਾ ਜੀ ਲਈ ਭਾਵਨਾ ਦੀ ਸ਼ਬਦਾਵਲੀ ਵਰਤੀ, ਉੱਥੇ ਉਹਨਾਂ ਲਿਖਿਆ ਤਿਲਕ ਜੰਯੂ ਰਾਖਾ ਪ੍ਰਭ ਤਾਕਾ। ਮਰਜ਼ ਕੀਤੀ ਤਾਕਾ ਦਾ ਅਰਥ ਉਹਨਾਂ ਦਾ, ਪ੍ਰਭ ਸ਼ਬਦ ਗੁਰੂ ਦੇਵ ਲਈ ਵਰਤਿਆ। ਤਿਲਕ ਜੰਯੂ ਰਾਖਾ ਪ੍ਰਭ ਤਾਕਾ, ਕੀਨੋ ਵੱਡੋ ਕਲੂ ਮੈਂ ਸਾਕਾ। ਸਾਧਨ ਖੇਤ ਇਤੀ ਜਿਨ ਕਰੀ, ਸੀਸ ਦਿਆ ਪਰ ਸੀ ਨਾ ਉਚਰੀ। ਗੁਰਮੁਖੋ ਏਦੂ ਕਮਾਲ ਦਾ ਸ਼ਬਦ ਕੋਈ ਹੈ ਹੀ ਨਹੀਂ ਗੁਰੂ ਤੇਗ ਬਹਾਦਰ ਸਾਹਿਬ ਲਈ। ਕਹਿੰਦੇ ਨੇ ਪਿਤਾ ਜੀ ਤਿਲਕ ਜੰਯੂ ਦੀ ਖਾਤਰ ਗਏ, ਸਾਧੂਆਂ ਭਲੇ ਪੁਰਖਾਂ ਲਈ ਗਏ, ਸੀਸ ਦਿਆ ਪਰ ਸੀ ਨਾ ਉਚਰੀ, ਧਰਮ ਖੇਤ ਸਾਕਾ ਜਿਨ ਕੀਆ, ਸੀਸ ਦਿਆ ਪਰ ਸਿਰ ਨਾ ਦਿਆ। ਅੱਗੇ ਕਿਆ ਨਾਟਕ ਚੇਟਕ ਕੀਏ ਕੁਕਾਜਾ, ਪ੍ਰਭ ਲੋਗਨ ਕੈ ਆਵਤ ਲਾਜਾ। ਅਗਲੇ ਸ਼ਬਦ ਕਿੱਡੇ ਭਾਵਪੂਰਤ ਨੇ, ਠੀਕਰ ਫੋਰ ਦਲੀਸ ਸਿਰ, ਦਿੱਲੀ ਦੇ ਬਾਦਸ਼ਾਹ ਦੇ ਸਿਰ 'ਚ ਮੇਰੇ ਬਾਪੂ ਨੇ ਆਪਣੇ ਸਰੀਰ ਦਾ ਠੀਕਰਾ ਭੰਨ ਦਿੱਤਾ। ਫਿਰ ਮੇਰੀ ਫੇਰ ਬੇਨਤੀ ਜੀ, ਲਫ਼ਜ਼ ਚੇਤੇ ਰੱਖਿਓ, ਸਾਧਨ ਤਿਲਕ ਜੰਯੂ ਧਰਮ ਖੇਤ, ਠੀਕਰ ਫੋਰ ਦਲੀਸ ਸਿਰ, ਪ੍ਰਭੁਰ ਕੀਆ ਪਿਆਨ, ਤੇਗ ਬਹਾਦਰ ਸੀ ਕਿਰਿਆ ਕਰੀ ਨਾ ਕਿਨੂ ਖਾਨ। ਹਿੰਦੁਸਤਾਨ ਦੀ ਹਿਸਟਰੀ ਨੂੰ ਇੱਕ ਤੁਕ ਵਿੱਚ ਬਿਆਨ ਕਰ ਦਿੱਤਾ ਲੋਕੋ, ਜੋ ਮੇਰਾ ਬਾਪੂ ਤੇਗ ਬਹਾਦਰ ਕਰ ਗਿਆ ਅੱਜ ਤੱਕ ਇਸ ਧਰਤੀ ਤੇ ਕੋਈ ਕਰ ਹੀ ਨਹੀਂ ਸਕਿਆ, ਕਿਸੇ ਨੇ ਕੀਤਾ। ਏਡੀ ਵੱਡੀ ਗੱਲ ਦੋ ਤੁਕਾਂ 'ਚ ਕਹੇ, ਤੇਗ ਬਹਾਦਰ ਸੀ ਕਿਰਿਆ ਕਰੀ ਨਾ ਕਿਨੂ ਆਨ, ਤੇਗ ਬਹਾਦਰ ਕੇ ਚਲਤ ਭਇਓ ਜਗਤ ਕੋ ਸ਼ੋਕ, ਹੈ ਸਭ ਜਗ ਭਇਓ ਜੈ 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 ਸੁਰਲੋਕ। ਦੇਖੋ ਉੱਥੇ ਤਿਲਕ ਜੰਯੂ ਆਇਆ। ਹੁਣ ਘੇਰਾ ਪਾਉਣ ਵਾਲੇ ਖੱਪ ਗਏ। ਗੁਰਮੁਖੋ ਕਾਜੀ ਆਇਆ, ਗੁਰੂ ਸਾਹਿਬ ਕਾਜੀ ਦਾ ਜ਼ਿਕਰ ਕਰਦੇ ਆ ਜ਼ਫਰਨਾਮੇ 'ਚ। ਕੁਰਾਨ ਆਈ, ਉਸ ਕੁਰਾਨ ਦੇ ਉੱਤੇ ਚਿੱਠੀ ਲਿਖ ਕੇ ਭੇਜੀ ਕਿ ਉਸ ਵਿੱਚ ਇਹ ਕਿਹਾ ਗਿਆ, ਬਾਦਸ਼ਾਹ ਵੱਲੋਂ ਕਿਹਾ ਗਿਆ ਤੁਸੀਂ ਆਨੰਦਪੁਰ ਸਾਹਿਬ ਛੱਡ ਦਿਓ, ਤੁਸੀਂ ਖੁੱਲੀ ਜਗ੍ਹਾ ਤੇ ਜਾ ਸਕਦੇ ਹੋ, ਜੋ ਸ਼ਬਦ ਕਹੇ ਗਏ, ਕੋਈ ਤੁਹਾਡਾ ਰਸਤਾ ਨਹੀਂ ਰੋਕੇਗਾ। ਆਪ ਨੂੰ ਪਤਾ ਹੈ 2 ਵਾਰੀ ਮਹਾਰਾਜ ਨੇ ਆਨੰਦਪੁਰ ਛੱਡਿਆ। ਪਹਿਲੀ ਵਾਰੀ ਜਦੋਂ ਪਹਾੜੀਆਂ ਨੇ ਕਿਹਾ ਗਊ ਦੀ ਸਹੁੰ ਖਾਧੀ, ਫਿਰ ਕੁਰਾਨ ਦੀ ਕਸਮ ਖਾਧੀ ਗਈ। ਮਹਾਰਾਜ ਜੀ ਨੇ ਮੇਰੀ ਬੇਨਤੀ ਜੇ 3-4 ਸ਼ੇਰ ਮੈਂ ਕਹਿਣੇ ਨੇ, ਮੈਂ ਕਿਸੇ ਮੁਸਲਮਾਨ ਵੀਰ ਨੂੰ ਲਾ ਕੇ ਨਹੀਂ ਗੱਲ ਕਰ ਰਿਹਾ, ਮੈਂ ਕਹਿੰਦਾ ਉਹ ਭਾਈ ਵੀਰੋ, ਜੇ ਕੁਰਾਨ ਦਾ ਅਦਬ ਕਿਸੇ ਨੇ ਧੁਰ ਅੰਦਰ ਤੋਂ ਕੀਤਾ ਹੈ ਤੇ ਗੁਰੂ ਗੋਬਿੰਦ ਸਿੰਘ ਨੂੰ ਪੁੱਛ ਕੇ ਦੇਖੋ, ਨੇ ਤੇ ਕੁਰਾਨ ਦੀ ਕਾਪੀ ਦੇਖ ਕੇ ਆਨੰਦਪੁਰ ਸਾਹਿਬ ਛੱਡ ਦਿੱਤਾ ਸੀ। ਮਹਾਰਾਜ ਜੀ ਦੇ ਪਹਿਲੇ ਜਿਹੜੇ ਸ਼ੇਰ ਨੇ ਜ਼ਫਰਨਾਮੇ ਦੇ, ਉਹ ਇਹ ਨੇ, ਮਰਾ ਐਤਬਾਰੀ ਬਰੀ ਕਸਮ ਨੇਸਤ। ਥੋੜੇ ਜਿਹੇ ਮੈਂ ਅਰਥ ਦੇ ਕਰ ਦਿਆਂਗਾ, ਹੈ ਪਰਸ਼ੀਅਨ। ਵਾਹਿਗੁਰੂ ਅੱਗੇ ਅਰਦਾਸ ਕਰਿਓ ਸ਼ਹੀਦਾਂ ਅੱਗੇ, ਮੈਂ ਆਪ ਸੰਗਤ ਦੀ ਸੇਵਾ ਜ਼ਫਰਨਾਮੇ ਦੀ ਮੁਕੰਮਲ ਕਥਾ ਕਰਕੇ ਕਰ ਸਕਾਂ। ਮੈਂ ਅੱਜ ਪ੍ਰਧਾਨ ਜੀ ਨੂੰ ਵੀ ਕਿਹਾ, ਇਹਨਾਂ ਨੂੰ ਬੈਠੇ ਨੇ ਸ਼੍ਰੋਮਣੀ ਕਮੇਟੀ ਵਾਲੇ ਵੀਰ ਸਾਰੇ, ਉਹ ਸਿੱਖੋ, ਗੁਰਸਿੱਖੋ, ਜ਼ਫਰਨਾਮਾ ਜ਼ਰੂਰ ਤੁਹਾਡੀ ਹਰ ਬੁੱਕ ਸਟੋਰ ਤੇ ਹੋਣਾ ਚਾਹੀਦਾ ਹੈ। ਇਦੋਂ ਵੱਡਾ ਕੋਈ ਦਸਤਾਵੇਜ਼ ਨਹੀਂ ਜਿਹਨੇ ਹਿੰਦੁਸਤਾਨ ਦੇ 700 ਸਾਲ ਦੇ ਰਾਜ ਨੂੰ, ਚਲੋ ਇਹ ਬਾਬਰ ਤੋਂ ਲੈ ਕੇ ਤੁਸੀਂ ਕਹਿ ਲਓ, ਮੈਂ ਪਿਛਾਂ ਲੋਧੀਆਂ ਵੱਲ ਨਹੀਂ ਜਾ ਰਿਹਾ, ਬਾਬਰ ਤੋਂ ਲੈ ਕੇ ਔਰੰਗਜ਼ੇਬ ਤੱਕ, ਤੇ ਔਰੰਗਜ਼ੇਬ ਦੇ ਅੰਦਰ ਨੂੰ ਕੋਈ ਚੀਜ਼ ਝੰਜੂੜ ਨਾ ਸਕੀ। ਸਕੇ ਪਿਓ ਨੂੰ ਮਾਰਿਆ ਨਹੀਂ ਝੰਜੂਣਿਆ, ਦਾਰੇ ਨੂੰ ਮਾਰਿਆ ਭਰਾ ਨੂੰ ਨਹੀਂ ਝੰਜੂਣਿਆ, ਧੀ ਨੂੰ ਮਾਰਿਆ, ਭੈਣ ਨੂੰ ਜ਼ਹਿਰ ਦਿੱਤਾ, ਨਹੀਂ ਝੰਜੋੜਿਆ। ਗੁਰੂ ਗੋਬਿੰਦ ਸਿੰਘ ਦੀ ਕਲਮ ਨੇ ਉਹਦੀ ਆਤਮਾ ਨੂੰ ਝੰਜੋੜ ਕੇ ਰੱਖ ਦਿੱਤਾ। ਸਿਰਫ ਗੁਰੂ ਗੋਬਿੰਦ ਸਿੰਘ ਮਹਾਰਾਜ ਪਹਿਲਾਂ ਵਾਹਿਗੁਰੂ ਦਾ ਸ਼ੁਕਰ ਕਰਦੇ ਆ। ਇਹ ਜੋਤੀ ਸਰੂਪ ਆਪਾਂ ਵੇਖਾਂਗੇ, ਕਮਾਲ ਕਰਾਮਾਤ ਕਾਇਮ। ਇੱਥੇ ਦਾਸਤਾਨ ਹੁੰਦੀ ਹੈ 13 ਨੰਬਰ ਸ਼ੇਰ ਤੋਂ। ਉਹ ਦਾਸਤਾਨ ਹੈ, ਮਰਾ ਇਤਬਾਰੀ ਬਰੀ ਕਸਮ ਨੇਸਤ, ਮਰਾ ਐਤਬਾਰੀ ਬਰੀ ਕਸਮ ਨੇਸਤ ਕਿ ਏਜ਼ਦ ਗਵਾਹ ਅਸਤ ਯਜਦਾਂ ਜਕੇਸਤ। ਇਹਦਾ ਅਰਥ ਹੈ ਕਿ ਤੇਰੀ ਸਹੁੰ ਦਾ ਰੰਚਕ ਮਾਤਰ ਵੀ ਭਰੋਸਾ ਨਹੀਂ, ਜੋ ਤੂੰ ਸਹੁੰ ਚੁੱਕ ਰਿਹਾ ਹੈ। ਜਿਹੜਾ ਇਹਦੇ ਤੇ ਭਰੋਸਾ ਕਰੇਗਾ ਉਹਨੂੰ ਪਰੇਸ਼ਾਨ ਹੀ ਹੋਣਾ ਪੈਂਦਾ ਹੈ। ਅਗਲੀ ਗੱਲ, ਨਾ ਕਤਰਾ ਮਾਰਾ ਇਤਬਾਰੇ ਬਰੋਸਤ। ਇਹ ਗੱਲ ਨੂੰ ਫਿਰ ਸੁਣਿਓ, ਮੈਂ 13ਵਾਂ ਸ਼ੇਰ ਕਿਹਾ, ਮਰਾ ਐਤਬਾਰੀ ਬਰੀ ਕਸਮ ਨੇਸਤ ਕਿ ਏਜ਼ਦ ਗਵਾਹ ਅਸਤ ਯਜਦਾ ਯਕੇਸਤ। ਵਾਹਿਗੁਰੂ ਸਾਖੀ ਹੈ, ਤੇਰੀ ਸਹੁੰ ਦਾ ਕੋਈ ਭਰੋਸਾ ਨਹੀਂ, ਉਹ ਸਹੁੰ ਚੁੱਕ ਚੁੱਕਾ ਸੀ। ਅੱਗੇ ਹੈ, ਨਾ ਕਤਰਾ ਮਾਰਾ।
कतरा शब्द समझ ना, बूंद कहने कतरा थोड़ा जिना ना, कतरा मारा इतबारे बरोस्त। इतबारे का अर्थ आप पंजाबी च वरतने भरोसा, बरोस का अर्थ उस उत्ते। महाराज कहने कतरे जिन्ना भी तेरे बंदियां ते हुण भरोसा नहीं, तू रब दी सौं चुकी है। ना कतरा मारा इतबारे बरोस्त के बख्शी वा दीवां। बख्शी बख्शी कहंदे आ सेनापतियां नूं, ते दीवां आ वजीर जेड़े आ सलाहकार वजीर के बख्शी वा दीवां हमा। हमा दर ते सारे किजब गोश्त, किजब गोश्त दर ते झूठ बोलन वाले, तेरी सौं ते रंचक मात्र भी भरोसा नहीं जेड़े आगू तेरे ने। एडू वड्डा बेईमान बंदा ही दुनिया ते कोई। ये शब्द कहने अंदर धू पा देंदे। ना कतरा मारा इतबारे बरोस्त के बख्शीवा दीवां हमा किजब गोश्त कसे कौले कुरान कुन दी इतबार। जेड़ा तेरी कुरान दी सौं ते भरोसा करेगा वो बंदा अखीर ते परेशान होगा। अगली मैं बेनती तुहानू कर लगा, इहनू ध्यान नाल सुनियो। मैं क्या क्यों आनंदपुर साहिब छड्डिया? उंज चलो अल्लाह यार खां जोगी दा कंसैप्ट वखरा है। वो गुरु गोबिंद सिंह बोल रहे ने, कहते औरंगजेब तू मोमिन है, बा मुसफ कसम खुफिए घर खुर्द में, ना यक गाम हम पेश अजा बुर्द में। थोड़े जे मैं सिर्फ पंजाबी च दे अर्थ करी जा रहा, कोई विद्वता नहीं दिखाने लई। बा मुसफ, बा मुसफ का अर्थ होंदा धर्म ग्रंथ। बा मुसफ कसम खुफिए घर खुर्द में, खुफिए दर थे गुप्त, खुर्द में दर थे खाना। कहते औरंगजेब जे धर्म ग्रंथ दी सौं मैं खुफिया रूप विच, मैं फुरने दे रूप विच किसे नूं दसदा भी ना, मैं ओ सौं चुकी हुंदी ना यक गाम हम पेश अजा बुर्द में, मैं एक कदम भी अगे तुरदा ते मैं रब दा देनदार हुंदा। ओ तू तां लिख के सौं चुकी है, शर्म कर, तेनू यकीन ही कोई नहीं रब ते। मैं फिर बेनती करांगा, गुरु धर्म दी दुहाई दे रहे ने। महाराज कहंदे ने तू कसम चुक के मुकरिया। हुण अगली गल सुनियो, जदों महाराज इत्थे आ जांदे आ, सत पोह नूं सतगुरु नूं कोटले निहंग खां दा पुत्तर आलम खां ओ महाराज जी नूं राह दसदा ते इत्थे हजूर आ जांदे आ। मैं अर्ज की आ गड़ी कच्ची गड़ी चलो शब्द आप वरतने खां, उत्थे हजूर आउंदे आ, रात इत्थे विश्राम करते आ। अल्लाह यार खां जोगी कहंदा है कि कहते हैं कल को फिर कल नूं फिर जंग होना है कि गुरु गोबिंद सिंह मैदाने जंग विच उतरनगे। ते उन्हें शब्द जेड़े खास करके ने, वो जरा शब्द वरदा जिस खित्ते में हम कहते थे आना ये वही है, कल लुट के जिस जगह से जाना ये वही है, जिस जहां पे बच्चों को कटाना ये वही है, मिट्टी कह देती है ठिकाना ये वही है। सत पोह दी रात बतीत हुई है, अठ पोह जड़ा आउण वाला है। गुरु गोबिंद सिंह महाराज उत्थे जंग दा जड़ा जिक्र करदे आ। मैं तां ऐदकी ये कोट कर लगा, साडे एक विद्वान ने जी बड़े बड़े, ना नहीं मैं लैना, वो कहंदा एडी वड्डी गल लोकी भुलाई जांदे आ, हथों हथ लड़ाई हुई 500-600 बंदा सी, काम निबड़ गया। सिख विद्वान लिख रहे हैं। मेरे मन च तां है भी मैं थोड़े जे शेर गुरु गोबिंद सिंह दे सांझे करने ने। जदों दिन चढ़िया, बेरंग मगज स्या पोश आमदंद, महाराज कहते जदों मैं झाती मारी ते चार चफेरे बारंग बारंगे मगज स्या पोश आमदंद। इस तरह चार चफेरे कालियां वर्दियां वाले दिल्ली तो फौज आ गई सी, जिवें शहद दियां मक्खियां चार चफेरे भिणकदियां होण। उस तो बाद महाराज फिर की कहंदे आ, गुरु गोबिंद सिंह फिर अगे लिखदे ने कि पेमाशिकन बेदरंग आमदंद, मैं तेगो तीरो तुफंग आमदंद। मैं देखा कसमा चुक के मुकरन वाले करपाना लैके, तलवारा लैके, बंदूकां लैके, इस तरह एक उदम कुरलाट पा दिता चार चफेरे। तो उस विच गुरु जी फिर अपना जिक्र कर दिया, गुरसना चिकारे कुनद चिहलर। एक पासे गुरसना भुखे जिन्होंने रोटी पानी नहीं मिलिया कई दिनों का, चेल फारसी विच 40 नूं कहंदे ने कि 10 लाख बरायद बरो बेखबर, सानू खबर भी नहीं दिती। ये 10 लाख की फौज ने चमकौर की गड़ी नूं चार चफेरे घेरा पा लिया। 10 लाख महाराज 2 वारी कोट कर दिया जफरनामे च, जे कही जे तां कहावत कही सी कि पैमाशकन बेदरंग आमदंद, मैं तेगो तीरो तुफंग आमदंद। अगे फिर गुरु जी कहंदे बाल ना चारगी
धर्मिया आमदंद औरंगजेब, मेरा काम इस तरह लड़ाइयां करना नहीं। जदों लोग धर्म की सौं छक के मुकर जान, फिर मैं उतरिया, मार अगे शब्द वरदिया, बाह लाचारगी धर्मिया आमदंद, बाह तदबीर तीरों कमा आमदंद। फिर मैं अपने पत्थे च तीर भरे, मैं कमान सिद्धि की, मैं अपनी गातरे कृपान पाई। हुण इस तरह नहीं, जे थले आए ने तो मैं भी शस्त्रां नाल लैस होके उतरांगा। फिर बेनती है जी अगे। फिर महाराज जदों कहंदे आ, नवाब मलेर कोटलीए दे 3 भरा सन, नार खां, गुलशेर खां ते ख्वाजा खिजर। ये तिन्ने इत्थे आए सन, जिहड़ा कहंदे ना भी आ मलेर कोटलीए दे, ये तिन्ने भरा आए सन। उत्थे फिर महाराज दा जिक्र करदे जदों कहंदे आ कि बाल अचारगी धर्मिया आमदन, बा तदबीर तीरों कमा आमदन। इस तो अगे शेख सादी दा शेर कोट करदे आ। थोड़ा जिहा फर्क है, जिहड़ा तुहानूं सब नूं पता है। चूकार अज खमा खील ते दर गुजस्त, चूकार अज खमा खील ते दर गुजस्त, गुजस्त दर ते गुजर जाना, खील ते दर ते खीले। जदों सारे हीले गुजर जान, गल बात भी धर्म की सौं भी निकल जाए, फिर महाराज कहते हैं फिर की करना चाहिए। चूकार अजहमा खील ते दर गुजस्त, हलाल अस्ते बुरदने बा शमशीर दस्त। हलाल अस्त फिर ठीक है, हलाल है, उदो कृपान ते खत रख लेना चाहिए है। याद रखो, रौला बड़े पाते इत्थे जी, पैगंबर ने कृपान पकड़ ली। याद रखो, इस्लाम कदी जिंदा ना इस तरह हुंदा जे हजरत मुहम्मद कृपान नूं हथ ना पाते। पैगंबर सन ना। इस भारत की धरती ते कोई श्रद्धालु भगवान कहंदे आ, शिव जी के हाथ च जे डमरू है, शिवा के हाथ च याद रखो तरशूल भी उन्हें नाल टंगिया होया है। रामचंद्र जी तीरां दा जिक्र असीं करने आ, कृष्ण जी के चक्कर का जिक्र किया जाता है। इत्थे फिर सतगुरु कहंदे ने जदों धर्म दीआं सौंवां का के कोई हीला ना रहे, इहदा मतलब एवें कृपान नहीं चुकनी। गल च बड़ी वड्डी गल कि एवें एवें फड़िया जी दा सिर ला दिओ, इहनूं लाओ सौदा। महाराज कहंदे पहला खीले वरतो बंदा बनाण दे, जे नहीं वरदा फिर अखीरला हथियार ही है ना। ये जे कहो जी गुरु नानक साहब ने कहा, कहंदे पहली गल मूर्ख तो पासा वटो, मूर्ख है नाल ना लुझिए। हाँ जी, दूजी गल चुप कर जो, जिथे बोलन हारी है तिथे चंगी चुप। ते जे फिर ना मन्ने, फिर गुरु नानक साहब कहते मूर्ख गंढ पवे मूंह मार, एक मूंह ते छड्डो, उदू बाद मित्र बन के गल्लां कर लग पैंदा। मैं तुहानूं सिर्फ एक बेनती करांगा, इत्थे महाराज ने शस्त्र चुके। महाराज कहंदे ने चूकार अजामा हील ते दर गुजस्त, हाल आल बरदन बा शमशीर दस्त। इत्थे फिर गुरमुखो जदों 5-5 दे जथे, 8-8 दे जथे हजूर सच्ची सरकार ने तोरे ने। सब तो पहला मैं 5-7 मिनट तुहाडे लैने। सब तो पहला नार खां आया। महाराज कहने चुदीदम के नाहर बेआमद बजंग। मैं उस दिन कहा सी बड़ी वड्डी गल हुंदी है, बादशाह नूं लिखना ते दिल्ली तो आया जरनैल, ओनू कहना तेरा जरनैल नार खां आया सी ललकारे मारदा। पहला तीर दा स्वाद मैं ओनू चखाया ते महाराज कहते इस तरह तीर ओदे सीने चों निकलिया जिवें उड़ना सप निकल जाता डंग मार के। चुदीदम के नाहर बेआमद बजंग, चशीदे यके तीरे मन बेद रंग। चुदीदम मैं देखा नार खां आ रहा है। चुदीदम के नार बेआमद बचंग, चशीदे यके तीर मन बेद रंग। एक तीर दा स्वाद मैं चखाया, इको नाली भवाटली खा के डिग पिया, दूजा खाण जोगा है ही नहीं सी। कहंदे इहनूं वज्जा ते ख्वाजा खिजरे दा दूजा भरा जफर बेग वो तुरिया हुंदा है। ते महाराज कहंदे ने कि आ ख्वाजा मरदूद साया है दीवार, ये अपने आप नूं ललकारे मारदा सी, भरा जमीन ते डिग्गा, आप ओले होके निकल गया, भरा दी लाश भी नहीं चुकी। कि आ ख्वाजा मरदूद साया है दीवार, नियामत बा मादा बा मरदाने वार। वो मर्दां दी तरह नहीं आया, तेरा जरनैल बोझदिल सी। दरेगा मैनू अफसोस है, अगर रूबे ओ दीद में मैनू दिसिया नहीं, मेरी नजर नहीं सी जांदी कंध तो थले, कंध दा अगे आसरा सी। दरेगा अगर रूबे आदीद में बा यक तीर लाचार बख्शीद में, एक तीर भत्थे दा मैं ओनू भी दे दिता जेड़ा देंदा जेड़ा ओदे भरा नूं बख्शिया होया सी। महाराज ने थोड़ा क्या मैं लड़ाई नहीं लड़ी, उन्हां कहा जे मैं लड़ी ते फिर सिरे लाई। ते मैं पिछले दिन ही कहा
आ जंग डिफेंस लड़ी गई, 10 लाख चढ़ के आए, की करते महाराज लड़ी। ते मैं एक बेनती करा, शुरुआत ये लोग करते रहे, महाराज डिफेंस लड़ी, इको ने शुरू की जिहड़ी अज दी कहानी मुक्की। फिर बेनती है, बाबा बंदा सिंह बहादुर नूं भेजिया, इको जंग महाराज ने ऐसी। इत्थे फिर गुरमुखो भाई हिम्मत सिंह, भाई मोहकम सिंह, फिर सतगुरु दे प्यारे दोवें बच्चे बाबा अजीत सिंह जी ते बाबा जुझार सिंह जी। ज्ञानी ज्ञान सिंह कहंदा है इन्ने सोहणे सन ना दोनों, गुरबालक बालक, गुरबालक बालक रूप अनूपम, पेक सो अंगन अनंग सो लाजै। ज्ञानी ज्ञान सिंह कहंदा इन्ने सोहणे सर चेहरे उन्हां दे कि काम नूं क्या जांदा सुंदरता दा देवता। कहंदे जदों बाबा अजीत सिंह ते बाबा जुझार सिंह दे मुख ते सूरज पैंदा है ना, सच वे उन्हां दी सुंदरता दा मुकाबला कोई भी नहीं कर सकता। इन्ने सोहणे सन, गुरबालक बालक रूप अनूपम, पेक सो अंगन अनंग सो लाजै। उन्हां दे अंगां दी सुंदरता नूं देख के वड्डे वड्डे सुंदरता वाले जिहड़े ने शर्मसार हो जांदे। महाराज जी ने वड्डे साहिबजादे नूं सीने ना ला के इथों तोरिया, जिस जगह ते आपां बैठे हैं गुरमुखो, इस सारी दी सारी जगह खून नाल भरी हुई सी। ये गल मेरी याद रखियो। महाराज ने क्या, बसे बार बारीद तीरो तुफंग, जमी गुश्तै खमचू गुलै लाला रंग। ये शेर है। कहने लगे औरंगजेब इन्ना तीरां दा वी वरिया, इन्नियां गोलियां दा मींह वरिया, मैं तेन दसा मैं उत्तों झाती मारदा सा, सारी जमीन खून दे नाल लाल रत्ती हो चुकी सी। ये जफरनामे दे बोल ने, किसी कवि दे नहीं। जमी गश्त हमचे गुले लाला रंग, चार चफेरे लाल रंग ही दिसदा सी। बाबा अजीत सिंह पिता गुरदेव तो लैके आग्या जांदे हा, सच्ची मुची आत्म रंग विच रत्ते होए हा। आत्म जेतू सूरमे ने रण तत्ते विच हर शस्त्र चलांदे हा। अखीर ते उन्हां नूं सारे घेरदे आ। घेर के बाबा अजीत सिंह नूं जदों शहीद किया जाता है ते गुरु गोबिंद सिंह जी उत्तों देखदे आ, पुत डिग रहा है ते शरीर उत्ते किन्ने क फाट आए ने, गिनती कोई नहीं। पर पुत्र नूं जदों डिगदियां देखिया, पहला दिसदी है कलगी झूलदी, जदों मुकाबला कर रहे ने, दूरों फिर कलगी दिसनी बंद हो गई, जमीन ते डिगे ते उत्तों आवाज आई, शाबाश पिसर खूब दलेरी से लड़े हो, हाँ क्यों ना हो गोबिंद के फरजंद बड़े हो। बाबा जुझार सिंह उठ के खड़े हो गए, सच्चे पिता जी कृपा करो, आज्ञा बख्शो। सिख गिनती दे रह गए ने। बाबा जुझार सिंह नूं वेख्या, घुट के सीने ना लायो ने, पर इस सीने दे अर्थ मोच नहीं लैके जाने। समझो अपने सीने दा तेज अपने पुत्र दे अंदर भरदे पे। अल्लाह यार खां जोगी दे दो शेर ने, बरराई सी आवाज में बोले गुरु गोबिंद, पाला है तुम्हें नाज से बोले गुरु गोबिंद, रोका नहीं आगाज से बोले गुरु गोबिंद, उस नन्हे से जांबाज से बोले गुरु गोबिंद। इस थे शहीदां विचों सब तो छोटी उम्र दे बाबा जुझार सिंह जी ने। उस नन्हे से जांबाज से बोले गुरु गोबिंद, लो आओ तन पाक पे हथियार सजा दें, छोटी सी कमां नन्ही सी तलवार सजा दे। हम देते हैं खंजर, इसे शमशीर समझना, नेजों की जगह दादा का तुम तीर समझना, जितने मरे इसे उन्हें बेपीर समझना, जख्म आए तो रोना नहीं दलगीर समझना, जब तीर कलेजे में लगे सी नहीं करना, उप मुंह से मेरी जान कभी नहीं उचरना। किड्डी वड्डी गल जी, सी नहीं करना, उफ मुंह से मेरी जान कभी नहीं उचरना। साहिबजादे नूं तैयार किया ते आ दरवाजा खोल के आप छड्डण आए बाहर। गुरमुखो मैं अज भी कल भी क्या परिवार विछोड़े की गल सी, मैं क्या लोको अपने परिवार नूं विछोड़दे पे ने ते साडे परिवारां लई मंग मंगदे पे ने, सुखी बसे मोरू परिवारा
सेवक सिख सबे करतारा। हे करतार मेरे परिवार सुखी वसे। केड़ा परिवार सतगुरु? परिवार च ते पिता हुंदा, मां हुंदी है, पुत्र हुंदे ने, तुसीं तां सब कुछ अपने हत्थी तोड़ दिता। कहन लगे उस परिवार नूं दे के मैं एडा परिवार वड्डा कर रहा है, मेरे परिवार नूं तत्ती वाह ना लगे। मेरे परिवार विच मेरे सिख ते मेरे सेवक ने। गुरमुखो ये चीज तुसीं चौपी पढ़दे हो रोज, ये साडे लई बेनतियां कर रहा मेरा दाता कि सुखी बसै मोरो परिवारा सेवक सिख समय करतारा। मोर अच्छा निज कर दे करिए सब बैरन को आसंगरिया। पूर्ण होए हमारी आशा तोर भजन की रह प्यासा। मेरी इको आस है, मैनू तेरे भजन की प्यास लगी रहे। बाबा जुझार सिंह जी तुर लगे आ, दरवाजा खोलते ने ते अखीरला वचन कहंदे बेटे बेटा, देखते ने पिता जी वाल, बेटा तुम ही हो पंथ के बेड़े के खवैया। सर भेंट करो ताकि धर्म की चले नैया। ले देखे तुम ही ते मेरे गुलशन के बकैया। कमाल करती जोगी साहब ने, कहने बस ले दे के तू ही एक फुल रह गया जेडे मेरे कोल से। ले दे के तुम ही ते मेरे गुलशन के बकैया। लो जाओ राह तकते हैं खल्द में भैया। जा मेरे पुत्र रब दी दरगाह च तेरा भरा ते तेरा दादा तेरा राह वेखदे पिया। राह तकते हैं खल्द में भैया। ख्वाहिश है तुम्हें तेग चलाते हुए देखें, हम आंख से तुम्हें बरशी खाते हुए देखेंगे। बाबा जी उतरे आ। गुरमुखो चलो समा फिर मिले कि सेनापत कहंदा ओ लोको बिजली दी तार सी जिधरों बाबा जुझार सिंह लग गया बस सेरी सिर लथे पै सन। ते मैं पिछले दिन क्या जो पुत्रां दे नां रखे ना एवें नहीं रखे, क्योंकि अज तां आपां नाम ही उस तरह ही बच्चों दे रखने ने जिवें मर्जी। निक्के निक्के ना कुत्तियां बिल्लियां वाले ना हो गए ज्यादा। गुस्सा ना करियो इस गल दा। अज बाहर तां लोकां ने पुत्र कुत्ते बना दिते, कुत्ते जिहड़े पुत्र बनी बैठे। मेरा वैसे विशा नहीं है। चारां पुत्रां दे नां रखे, वड्डे होए अजीत सिंह रखिया, छोटे होए जुझार सिंह रखिया, उदू छोटे जोरावर सिंह रखिया, सब तो छोटे दा फतेह सिंह रखिया। इन्हां नावां दे की अर्थ ने? इको साहिबजादा ने जेडे पंजाब तो बाहर, चलो उदों तो इस सारा ही पौंटा साहब बाबा अजीत सिंह ने। अजीत मीन जिन्हों जित्या नहीं जा सकता, अजित जिसनों कोई नहीं जितेगा। आ जरा कई बार शेर पढ़ने नाम का अजीत हूं जीता ना जाऊंगा, ये अल्लाह यार खां दा नहीं, मेरा ख्याल मिर्जा अब्दुल गनी दा है। नाम का अजीत हूं जीता ना जाऊंगा, जीता तो खैर हार के जीता ना आऊंगा। अजीत दा अर्थ जो अजित जिन्हों कोई ना जिते, किनू नहीं जित्या जा सकता, जेड़ा जुझार होवेगा। जुझार दा अर्थ जूझन वाला, जूझन वाले ही अजित हुंदे आ। ते जूझे जा कौन? जोरावर। ये मैं अर्थ पिछली बार किते जोरा आवर दे, ये दो लफ्ज ने जोरा आवर। ये जोर आवर, एक जोर एक आवर। जोर मतलब ताकत, आवर दा अर्थ वाला। ताकत वाला ही जुझारू हुंदा है ते जूझन वाला ही अजित हुंदा है। ते गुरमुखो जेड़ा अजित है, जेड़ा जुझारू है, जेड़ा जोरावर है ना, फतेह ओदे ही पैरां च आके खलोंदी हुंदी है। ये चारां नावां दे डूंघे अर्थ ने। अजीत, जुझार। बाबे साडे जोरा बाबा जुझार सिंह जी जांदे आ, कलगी है सच्ची लो भी चार चवेरे घूमदे आ। सत्थर विछा दिते गुरु दे लाल ने। अखीर ते सचमुच बरशी वजदी है सीने च। सारे हमला करदे आ, गुरु दा पुत्र है। बाबा जुझार सिंह शहीद हो जाते हैं। इधर सूरज अस्त हुंदा है ते गुरु गोबिंद सिंह जी दा शेर मैं फिर दोहरा देना, बसे बार बारीद तीरो तूफान जमी गश्त हमचू गुले लाला रंग। कहते जो मेरे पुत्र शहीद होए सारी जमीन लाल हुई पी सी, खून ही खून सी। अगली गल, सरो पाए अंबा। कहते सिर ते पैर इस तरह औरंगजेब गढ़ी तो बाहर डिगे सन जिवें मैदान विच खिद्दू खुंडियां खिल रही हो। ये सारे बोल जफरनामे दे ने। सरो पाए अंबा चुंदा शुदा
सिर ते पैरां दे ढेर ला दिते मेरे पुत्तां ने, ते अंज लगे इस तरह तेरे बंदे खिलरे पे जिवें खिद्दू खिलरे हुंदे आ। ऐसे गुरु गोबिंद सिंह जी दे लाल जिन्हां नूं असीं हर साल याद करने आ। ते मैं ऐदकी थोड़ा जिहा बाणी दा पक्ख रिहा, मैनूं पता है भी संगत दा टेस्ट ज़्यादा साखी दा हुंदा है, पर फिर भी मेरी बेनती है कि आप गुरबाणी कल नूं शब्द सारे पढ़ के आए, जो नर दुख मैं, इतिहास भी करांगे ते बाणी भी। जो नर दुख मैं दुख नहीं मानै, ते 59 शब्दां च 2 शब्द ने जिहड़े गुरु गोबिंद सिंह दा, गुरु तेग बहादुर साहब दा निजी अनुभव है। एक सोरठ राग दा ए ते दूजा माई मैं धन पायो हरनाम, मन मेरो धामन ते छुटियो, कर बैठो विश्राम।